कि पंजाब मंत्रिमंडल के कोई मैंबरां ने जाके किसानों के नाल मीटिंग की और उन्होंने कहा कि मुसाफिर गड्डियां भी जिहड़ियां दूजियां जिहड़ियां रेल गड्डियां जिहड़ियां माल गड्डियां हैगियां उन्हां दे नाल चलाउण दी इजाजत दी जाए। पंजाब सरकार वालों ये मुद्दा जिहड़ा आया वो किसानों ने रद्द कर दिता कि असीं मुसाफिर गड्डियां चलाउण दी इजाजत नहीं देवांगे। अंदर खाते तो नाल ने यह कारपोरेट सैक्टर दे इन्हां ने आ तुहानूं मैं दस्सिया सी मोहाली विच करोड़ां दी जमीन पहलां रिलायंस नूं देण दी कोशिश कीती है। जे किसान अपने हक हकूक लई रेलां नूं बंद करदे आ ਜਾਂ ਉਹਨਾਂ ਨੇ ਕਹਿਤਾ ਕਿ ਗੁਡਸ ਟ੍ਰੇਨ ਤੁਸੀਂ ਆਉਣ ਦਿਓ ਤਾਂ ਬੜਾ ਵੱਡਾ ਇਹਨਾਂ ਨੂੰ ਮਿਰਚ ਲੱਗ ਗਈ ਹੈ। ਜਦੋਂ ਲੋੜ ਪਈ ਇਹਨਾਂ ਨੇ ਬਿਹਾਰ ਦੇ ਵਿੱਚ ਲੱਖਾਂ ਬੰਦਿਆਂ ਦੀਆਂ ਇਕੱਠੀਆਂ ਰੈਲੀਆਂ ਕੀਤੀਆਂ, ਕਿੰਨਿਆਂ ਕੁ ਨੇ ਮਾਸਕ ਪਾਇਆ ਸੀ, ਕਿੰਨਿਆਂ ਕੁ ਨੇ ਸੋਸ਼ਲ ਡਿਸਟੈਂਸ ਰੱਖਿਆ ਸੀ। ਹੁਣ ਜਦੋਂ ਕਿਸਾਨਾਂ ਨੇ ਦਿੱਲੀ ਜਾਣਾ ਉਦੋਂ ਕਰੋਨਾ ਚੁੱਭਦੀ ਆ ਇਹਨਾਂ ਨੂੰ। ਇਹਨਾਂ ਦੇ ਘਰ ਜਾਣਾ ਕਿਸਾਨਾਂ ਨੇ ਰਾਮਲੀਲਾ ਜਾਣਾ। ਹੁਣ ਇਹ ਮੌਕਾ ਸੀਗਾ ਕਿ ਕੇਜਰੀਵਾਲ ਨੂੰ ਬੜੀ ਗੋਲਡਨ ਅਪਰਚੁਨਿਟੀ ਸੀਗੀ ਕਿਸਾਨਾਂ ਦਾ ਉੱਥੇ ਵੈਲਕਮ ਕਰਦੇ ਕਿ ਤੁਹਾਡਾ ਧੰਨਵਾਦ। ਵੈਸੇ ਸਾਡੀ ਪੁਲਿਸ ਨਹੀਂ ਅਲਾਉ ਕਰ ਰਹੀ ਪਰ ਸਾਡੀ ਵੱਲੋਂ ਤੁਹਾਡਾ ਧੰਨਵਾਦ, ਅਸੀਂ ਤੁਹਾਨੂੰ ਪੂਰਾ ਕੋਆਪਰੇਸ਼ਨ ਆ। ਥੋੜਾ ਜਿਹਾ ਕੰਪਰੋਮਾਈਜ਼ ਸੈਂਟਰ ਨੂੰ ਕਰਨਾ ਚਾਹੀਦਾ। ਕਿਸਾਨ ਕੋਈ ਨਜਾਇਜ਼ ਨਹੀਂ ਮੰਗ ਰਿਹਾ, ਕਿਸਾਨ ਸਿਰਫ ਆਪਦਾ ਜਾਇਜ਼ ਹੱਕ ਮੰਗ ਰਿਹਾ ਔਰ ਉਹ ਐਕਸਪਲੇਨ ਕਰ ਰਿਹਾ। ਉਲਟਾ ਸਾਨੂੰ ਕਹਿੰਦੇ ਆ ਬੀਜੇਪੀ ਵਾਲੇ ਤੁਹਾਨੂੰ ਸਮਝ ਨਹੀਂ ਆਈ। ਕਿਸਾਨ ਤੁਹਾਡੇ ਕੋਲੇ ਬੈਠ ਕੇ ਐਕਸਪਲੇਨ ਕਰਕੇ ਆਇਆ ਕਿ ਸਾਨੂੰ ਕੀ ਘਾਟਾ ਹੈ, ਕੀ ਖਦਸ਼ਾ ਹੈ। ਤੁਸੀਂ ਕਹੀ ਜਾਂਦੇ ਨੇ ਕਿ ਤੁਹਾਨੂੰ ਸਮਝ ਨਹੀਂ ਆਈ। ਨਜ਼ਰੀਏ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਨੂੰ ਦਰਸ਼ਕਾਂ ਦਾ ਸਵਾਗਤ। ਪੰਜਾਬ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਅੱਜ ਚੰਡੀਗੜ੍ਹ ਕਿਸਾਨ ਭਵਨ 'ਚ ਮੀਟਿੰਗ ਕਰਕੇ ਬਹੁਤ ਵੱਡਾ ਫੈਸਲਾ ਲਿਆ ਹੈ ਕਿ ਕਿਸਾਨੀ ਅੰਦੋਲਨ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗਾ। ਜਿਹੜੇ ਕੁਝ ਹਵਾ 'ਚ ਮੀਡੀਆ 'ਚ ਖਦਸ਼ੇ ਸੀ ਉਹ ਖਦਸ਼ੇ ਨਿਰਮੂਲ ਸਾਬਤ ਹੋਏ ਹੈ। ਖਾਸ ਤੌਰ ਤੇ ਜਦੋਂ ਇਹ ਫੈਸਲਾ ਲਿਆ ਗਿਆ 26 ਤੇ 27 ਨਵੰਬਰ ਨੂੰ ਦਿੱਲੀ ਨੂੰ ਚਾਲੇ ਪਾਏ ਜਾਣਗੇ, ਜਾਨੀ ਦਿੱਲੀ 'ਚ ਸੰਘਰਸ਼ ਦਾ ਵਜਾਇਆ ਜਾਏਗਾ ਬਿਗਲ। ਇਹ ਕੇਂਦਰ ਦੀ ਮਰਜ਼ੀ ਹੈ, ਦਫਾ 144 ਲਾਉਂਦੀ ਹੈ, ਵੈਰੀ ਗੁੱਡ ਲਾਉਂਦੀ ਹੈ, ਪਰ ਪੰਜਾਬ ਦੇ ਕਿਸਾਨ ਕੁਝ ਦਿਨ ਪਹਿਲੇ ਜਾਨੀ 24 ਨਵੰਬਰ ਤੋਂ ਹੀ ਟਰੈਕਟਰ ਟਰਾਲੀਆਂ ਦੇ ਚਾਲੇ ਪਾ ਦੇਣਗੇ ਦਿੱਲੀ ਵੱਲੋਂ। ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੇ ਵੀ ਅੱਜ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਇਹ ਗੁਜ਼ਾਰਿਸ਼ ਕੀਤੀ ਕਿ ਜਿੱਥੋਂ ਤੱਕ ਰੇਲ ਗੱਡੀਆਂ ਦਾ ਸਵਾਲ ਹੈ, ਮਾਲ ਗੱਡੀਆਂ ਦੇ ਨਾਲ ਨਾਲ ਮੁਸਾਫਰ ਗੱਡੀਆਂ ਵੀ ਚੱਲਣ ਦੀ ਇਜਾਜ਼ਤ ਦਿੱਤੀ ਜਾਵੇ, ਪਰ ਕਿਸਾਨ ਜਥੇਬੰਦੀਆਂ ਇਸ ਤੇ ਸਹਿਮਤ ਨਹੀਂ ਹੋਈਆਂ। ਸੋ ਨਤੀਜਾ ਇਹ ਹੈ ਕਿ ਕੇਂਦਰ ਦੇ ਅੜੀਅਲ ਵਤੀਰੇ ਕਾਰਨ ਕਿਸਾਨ ਜਥੇਬੰਦੀ ਦਾ ਸੰਘਰਸ਼ ਪਹਿਲਾਂ ਨਾਲੋਂ ਵੀ ਪ੍ਰਚੰਡ ਰੂਪ 'ਚ ਨਜ਼ਰ ਆ ਰਿਹਾ ਹੈ। ਇਹਨਾਂ ਮੁੱਦਿਆਂ ਤੇ ਮੇਰੇ ਨਾਲ ਪੈਨਲ ਚਰਚਾ ਜਿਹੜੇ ਸਾਡੇ ਖਾਸ ਮਹਿਮਾਨ ਇਸ ਵੇਲੇ ਜੁੜੇ ਨੇ, ਡਾਕਟਰ ਗੁਰਪ੍ਰੀਤ ਸਿੰਘ ਸੰਧੂ ਕਾਂਗਰਸ ਪਾਰਟੀ ਦੇ ਬੁਲਾਰੇ ਨੇ, ਜਗਤਾਰ ਸਿੰਘ ਸੰਘੇੜਾ ਜੀ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ, ਪ੍ਰੋਫੈਸਰ ਮਨਜੀਤ ਸਿੰਘ ਰਾਜਸੀ ਵਿਸ਼ਲੇਸ਼ਕ ਦਾ ਹਾਨੀ ਕਿਸਾਨ ਮੁੱਦਿਆਂ ਤੇ ਵੀ ਆਪਣੀ ਇੱਕ ਵਿਸ਼ੇਸ਼ ਮਹਾਰਤ ਰੱਖਦੇ ਆ। ਤਿੰਨੇ ਮਹਿਮਾਨਾਂ ਨੂੰ ਮੈਂ ਤੁਹਾਡੇ ਵੱਲੋਂ ਪੈਨਲ ਤੇ ਆਉਣ ਲਈ ਜੀ ਆਖਦਾ, ਵੈਲਕਮ ਕਰਦਾ ਹਾਂ। ਥੈਂਕ ਯੂ ਜੀ। ਡਾਕਟਰ ਸੰਧੂ ਮਿਹਰਬਾਨੀ। ਡਾਕਟਰ ਸੰਧੂ ਪਹਿਲਾ ਸਵਾਲ ਤੁਹਾਡੇ ਤੋਂ ਲੈਣ ਲੱਗੇ ਹਾਂ। ਅੱਜ ਚੰਡੀਗੜ੍ਹ 'ਚ ਮੀਟਿੰਗ ਕਰਕੇ ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਹੈ ਕਿ ਕੇਂਦਰ ਦੇ ਅੜੀਅਲ ਵਤੀਰੇ ਕਾਰਨ ਸਾਡੇ ਸੰਘਰਸ਼ ਵਿੱਚ ਕੋਈ ਤਬਦੀਲੀ ਨਹੀਂ। 26 ਤੇ 27 ਨਵੰਬਰ ਨੂੰ ਜਿੱਦਾਂ ਮੈਂ ਕਿਹਾ ਉਹ ਦਿੱਲੀ ਵੱਲ ਵੀ ਮਾਰਚ ਕਰਨਗੇ। ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦਾ ਘਿਰਾਓ ਵੀ ਇਦਾਂ ਹੀ ਜਾਰੀ ਰਹੇਗਾ ਤੇ ਇਦਾਂ ਹੀ ਬਾਕੀ ਵੱਖ-ਵੱਖ ਥਾਵਾਂ ਤੇ ਮੋਰਚੇ ਜਿਹੜੇ ਉਹ ਵੀ ਕਾਇਮ ਰਹਿਣਗੇ। ਸੋ ਲੱਗਦਾ ਇਹ ਹੈ ਆਪਾਂ ਪੰਜਾਬ ਸਰਕਾਰ ਦੀ ਕਾਂਗਰਸ ਤੇ ਨੁਮਾਇੰਦਗੀ ਵੀ ਕਰ ਰਹੀ ਹੈ, ਪਰ ਕੇਂਦਰ ਦਾ ਜਿਹੜਾ ਵਤੀਰਾ ਹੈ ਉਹਦੇ ਵਤੀਰੇ ਕਾਰਨ ਕੋਈ ਵੀ ਪਹਿਲੀ ਮੀਟਿੰਗ ਤੋਂ ਬਾਅਦ ਜਿਹੜੀ ਤਬਦੀਲੀ ਹੈ ਸੰਘਰਸ਼ 'ਚ ਨਜ਼ਰ ਨਹੀਂ ਆ ਰਹੀ। ਦੋਨਾਂ ਧਿਰਾਂ ਦੀ ਅਪਰੋਚ, ਚਾਹੇ ਕਿਸਾਨੀ ਦੀ ਗੱਲ ਕਰ ਲਈਏ ਚਾਹੇ ਕੇਂਦਰ ਦੀ ਗੱਲ ਕਰ ਲਈਏ। ਜੀ ਸੰਧੂ ਸਾਹਿਬ। ਜਗਤਾਰ ਜੀ, ਸਿੱਧੂ ਸਾਹਿਬ ਦੇਖੋ, ਪੰਜਾਬ ਦੇ ਨਾਲ ਕੋਈ ਵੀ ਸਰਕਾਰ ਆਵੇ ਉਹ ਪਤਾ ਨਹੀਂ ਕਿਉਂ ਉਹਨਾਂ ਨੂੰ ਅਸੀਂ ਚੁੱਭਦੇ ਹਾਂ, ਕਿਉਂ ਸਾਡੇ ਨਾਲ ਮਤੇਰ ਬੱਚਿਆਂ ਵਾਲਾ ਜਿਹੜਾ ਵਤੀਰਾ ਕੀਤਾ ਜਾਂਦਾ ਹੈ। ਔਰ ਐਤਕੀ ਤਾਂ ਕਮਾਲ ਹੀ ਕਰਤੀ ਇਹਨਾਂ ਨੇ ਬਈ, ਕਿਸਾਨਾਂ ਨੂੰ ਬੈਠਿਆਂ ਨੂੰ 3 ਮਹੀਨਿਆਂ ਤੋਂ ਉੱਤੇ ਹੋ ਗਏ, ਫਸਲ ਵੀ ਉਹਨਾਂ ਨੇ ਆਪਦੀ ਬੰਪਰ ਪ੍ਰੋਡਿਊਸ ਕਰਕੇ ਦਿਖਾਤੀ ਇਹਨਾਂ ਨੂੰ ਕੋਵਿਡ ਦੇ ਵਿੱਚ, ਔਰ ਇੰਨਾ ਵੱਡਾ ਯੋਗਦਾਨ ਪਾਇਆ ਸੈਂਟਰਲ ਪੂਲ ਦੇ ਵਿੱਚ ਆਪਣੇ ਝੋਨੇ ਦਾ, ਚੌਲ ਦਾ, ਤੇ ਉਹਦੇ ਬਾਵਜੂਦ ਆਸਾਨਮੰਦ ਹੋਣ ਦੀ ਬਜਾਏ ਇਹ ਉਹ ਮਹਾਰਾਜ ਦੀ ਤੁਕ ਯਾਦ ਹੁੰਦੀ ਹੈ, ਭਾਰੇ ਭੋਏ ਕਿਰਤ ਕਣ ਮੰਦੇ ਹੋ ਮੰਦੇ। ਕਿਰਤ ਕਣ ਦਾ ਭਾਰ ਧਰਤੀ ਵੀ ਨਹੀਂ ਚੱਲਦੀ।
ਤੋ ਇਹ ਮੈਨੂੰ ਇਹ ਸਮਝ ਤੋਂ ਬਾਹਰ ਹੈ। 10ਵੇਂ ਪਾਤਸ਼ਾਹ ਨੇ ਸਰਬੰਸ ਦਾਨ ਕਰਤਾ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਗੁਰੂ ਸਾਹਿਬ ਨੇ ਖੁਦ ਹਲ ਚਲਾ ਕੇ ਕਿਰਸਾਨੀ ਨੂੰ ਦੱਸਿਆ ਵੀ ਕਿਰਸਾਨੀ ਜਿਹੜੀ ਹੈ ਉਹ ਸਿਰਮੌਰ ਹੈ। ਇਹ ਸੈਂਟਰ ਦੇ ਵਿੱਚ ਬੈਠੇ ਜਿਹੜੇ ਬੰਦਿਆਂ ਨੇ ਬਿਨਾਂ ਕਿਸੇ ਨੂੰ ਪੁੱਛੇ ਗਿੱਛੇ, ਬਿਨਾਂ ਕਿਸੇ ਨਾਲ ਸਲਾਹ ਕੀਤੇ, ਬਿਨਾਂ ਕਿਸਾਨ ਜਥੇਬੰਦੀਆਂ ਦੀ ਪਾਰਟੀਸਿਪੇਸ਼ਨ ਦੇ, ਬਿਨਾਂ ਐਗਰੀਕਲਚਰਲ ਇਕਨੋਮਿਸਟ ਦੀ ਪਾਰਟੀਸਿਪੇਸ਼ਨ ਦੇ ਯੂਨੀਲੈਟਰਲ ਫੈਸਲਾ ਲੈ ਲਿਆ ਕਿ ਇਹ 3 ਕਾਨੂੰਨ ਬਣਾ ਦਿਓ ਜੀ, ਇਹਦੇ ਨਾਲ ਕਿਸਾਨਾਂ ਨੂੰ ਬਹੁਤ ਫਾਇਦਾ ਹੋਊਗਾ। ਜਦੋਂ ਉਹਨਾਂ ਨੇ ਘੋਖੇ ਸਾਰੇ ਕਾਨੂੰਨ, ਉਹ ਕਹਿੰਦੇ ਫਾਇਦਾ ਸਾਡਾ ਕੀ ਹੋਣਾ, ਅਸੀਂ ਤਾਂ ਮਰ ਜਾਾਂਗੇ, ਸਾਡੀ ਤਾਂ ਜ਼ਮੀਨ ਵੀ ਗਈ, ਅਸੀਂ ਤਾਂ ਆਪਦੀ ਜ਼ਮੀਨ 'ਚ ਲੇਬਰ ਬਣ ਕੇ ਰਹਿ ਜਾਾਂਗੇ, ਚਾਹੇ ਉਹ 1 ਏਕੜ ਵਾਲਾ, ਚਾਹੇ ਉਹ 5 ਏਕੜ ਵਾਲਾ ਜਾਂ 50 ਏਕੜ ਵਾਲਾ, ਗੱਲ ਤਾਂ ਉੱਥੇ ਹੀ ਆ ਜਾਣੀ ਹੈ। ਸੋ ਇਹਨਾਂ ਨੇ ਜਦੋਂ ਬੇਨਤੀ ਕੀਤੀ ਪਹਿਲਾਂ ਆਪਦੀ ਸਰਕਾਰ ਨੂੰ ਵੀ ਕੁਛ ਕਰੋ, ਜਿਹੜੀ ਸਰਕਾਰ ਸੂਬੇ ਦੇ ਵਿੱਚ ਹੈ ਉਹਨਾਂ ਨੇ ਇਹਨਾਂ ਦੀ ਤੇ ਆਪੋਜੀਸ਼ਨ ਦੀ ਮੰਗ ਦੇ ਉੱਤੇ ਇੱਕ ਵਿਧਾਨ ਸਭਾ 'ਚ ਮਤਾ ਪਾਸ ਕੀਤਾ। ਉਹ ਇਹ ਸਾਰੇ ਰੌਲਾ ਪਾਉਣ ਲੱਗੇ ਤਾਂ ਫਰਾਡ ਹੈ। ਮਤਾ ਪਾਸ ਕਰਨਾ ਕਿਸੇ ਵੀ ਅਸੈਂਬਲੀ ਦੇ ਵਿੱਚ ਸੈਂਟਰ ਦੇ ਪਾਸ ਕੀਤੇ ਗਏ ਕਾਨੂੰਨ ਦੇ ਵਿਰੁੱਧ ਇੱਕ ਰਿਜ਼ੈਂਟਮੈਂਟ ਸ਼ੋਅ ਕਰਨ ਦਾ ਢੰਗ ਹੁੰਦਾ ਹੈ। ਰੱਦ ਨਹੀਂ ਅਸੀਂ ਕਰ ਸਕਦੇ, ਲੇਕਿਨ ਕੀਤਾ ਸਰਵਸੰਮਤੀ ਨਾਲ ਹੋਇਆ। ਗਵਰਨਰ ਨੂੰ ਜਾ ਕੇ ਦਿੱਤਾ ਗਿਆ, ਗਵਰਨਰ ਬੈਠਾ ਹੈ, ਗਵਰਨਰ ਨੂੰ ਕੋਈ ਲੋੜ ਨਹੀਂ ਕਿਉਂਕਿ ਬੀਜੇਪੀ ਦਾ ਬੰਦਾ ਹੈ। ਤੇ ਉਧਰਲੇ ਪਾਸੇ ਟਸ ਤੋਂ ਮਸ ਨਹੀਂ ਹੋਈ, ਬਿਹਾਰ ਦੀ ਸਰਕਾਰ ਬਣ ਗਈ ਇਹਨਾਂ ਦੀ, ਬਿਹਾਰ ਦੀਆਂ ਇਲੈਕਸ਼ਨਾਂ ਵੀ ਹੋ ਗਈਆਂ, ਕੋਵਿਡ ਫੇਰ ਦਿੱਲੀ ਦੇ ਵਿੱਚ ਤਾਂ ਨੂੰ ਜਾਂਦਾ ਤੇ ਕਿਸਾਨ ਸਾਡੇ ਤੁਰੇ ਆ ਜਾਣਕਾਰੀ ਤੇ ਲੈ ਕੇ ਵੀ ਅਸੀਂ ਜਾ ਕੇ ਦਿੱਲੀ 'ਚ ਇਹਨਾਂ ਦਾ ਤਖਤ ਕਰੀ ਹਿਲਾਉਣਾ ਹੈ। ਮੈਂ ਇੱਕ ਤਾਂ ਸ਼ਲਾਘਾ ਕਰਦਾ ਕਿਸਾਨ ਜਥੇਬੰਦੀਆਂ ਦੀ ਕਿ ਉਹਨਾਂ ਨੇ ਬੜਾ ਵਧੀਆ ਤੇ ਹੌਸਲੇ ਵਾਲਾ ਫੈਸਲਾ ਰਿਹਾ ਹੈ। ਅਸੀਂ ਉਹਨਾਂ ਨੂੰ ਆਸ਼ਵਾਸਨ ਦਿਵਾਉਣੇ ਆ ਕਿ ਬੱਚਾ ਪੰਜਾਬ ਦਾ, ਚਾਹੇ ਉਹ ਟਰੇਡਰ ਹੈ, ਚਾਹੇ ਉਹ ਕਿਸਾਨ ਹੈ, ਚਾਹੇ ਉਹ ਫਾਰਮ ਲੇਬਰਰ ਹੈ, ਚਾਹੇ ਉਹ ਵੱਡਾ ਉਦਯੋਗਪਤੀ ਹੈ, ਚਾਹੇ ਸਰਕਾਰ ਹੈ, ਚਾਹੇ ਕੋਈ ਵੀ ਪਾਰਟੀ ਹੈ, ਅਸੀਂ ਬੱਚਾ ਕਿਸਾਨਾਂ ਦੇ ਨਾਲ ਖੜੇ ਹਾਂ। ਕਿਉਂਕਿ ਸਾਨੂੰ ਹੁਣ ਸਮਝ ਆ ਗਈ ਹੈ ਕਿ ਸੈਂਟਰ ਨੇ ਲਟਕਾਉਣਾ ਹੈ, ਲਟਕਾ ਕੇ ਪਾੜ ਪਾਉਣਗੇ, ਟਿਕਾਉਣਗੇ। ਪਰ ਅੱਜ ਦਾ ਕਮਾਲ ਦਾ ਫੈਸਲਾ ਕੀਤਾ ਹੈ ਔਰ ਸਾਰੇ ਦਾ ਸਾਰਾ ਪੰਜਾਬ ਇਹਨਾਂ ਨਾਲ ਸਿਰੇ ਦੀ ਲੜਾਈ ਦੇ ਵਿੱਚ ਸਿਰੇ ਤੱਕ ਖੜਾ ਹੈ। ਕੋਈ ਇਹਨਾਂ ਦਾ ਸਾਥ ਨਹੀਂ ਛੱਡੂਗਾ, ਕੋਈ ਸਰਕਾਰ ਆਵੇ ਜਾਵੇ ਪੰਜਾਬ ਦੇ ਵਿੱਚ। ਵੀ ਵਿਲ ਸਟੈਂਡ ਵਿਦ ਆਵਰ ਫਾਰਮਰਸ। ਥੈਂਕ ਯੂ ਵੈਰੀ ਮਚ। ਤੁਹਾਡਾ ਮੈਸੇਜ ਆ ਗਿਆ ਜੀ, ਤੁਹਾਡਾ ਮੈਸੇਜ ਆ ਗਿਆ ਜੀ। ਜਗਤਾਰ ਸਿੰਘੜਾ ਜੀ ਬਿਲਕੁਲ, ਜਗਤਾਰ ਸਿੰਘੜਾ ਜੀ, ਵਿਰੋਧੀ ਧਿਰ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਕਿਸਾਨਾਂ ਨੇ ਤਾਂ ਫੈਸਲਾ ਲੈ ਲਿਆ ਦਿੱਲੀ ਵੱਲ ਕੂਚ ਕਰਨ ਦਾ। ਡਾਕਟਰ ਸੰਧੂ ਦੀ ਆਪਣੀ ਇੱਕ ਰਾਏ ਹੈ, ਤੁਸੀਂ ਇਸ ਮੁੱਦੇ ਤੇ ਕੀ ਕਹੋਗੇ? ਸਿੱਧੂ ਸਾਹਿਬ, ਕਿਸਾਨਾਂ ਨੇ ਜਿਹੜਾ ਅੱਜ ਫੈਸਲਾ ਲਿਆ, ਕਿਸਾਨ ਭਵਨ ਵਿਖੇ ਲੰਬੀ ਮੀਟਿੰਗ ਚੱਲੀ ਹੈ ਸਾਰੀ ਜਥੇਬੰਦੀਆਂ ਦੀ। ਪਹਿਲਾਂ ਵੀ ਕਈ ਵਾਰ ਇਸ ਗੱਲ ਬਾਰੇ ਕਰ ਚੁੱਕਾ ਕਿ ਕਿਸਾਨੀ ਲੀਡਰਸ਼ਿਪ ਜਿਹੜੀ ਆ ਸਿਆਣੀ ਲੀਡਰਸ਼ਿਪ ਹੈ, ਹੰਢੀ ਹੋਈ ਆ, ਤਜਰਬਾ ਹੈ ਉਹਨਾਂ ਨੂੰ। ਉਹਦੇ ਵਿੱਚ ਜੋ ਵੀ ਇਹਨਾਂ ਨੇ ਕਲੀਅਰ ਕੱਟ, ਇੱਕ ਤਾਂ ਗੱਲ ਬਹੁਤ ਵਧੀਆ ਕਲੀਅਰ ਕੀਤੀ ਆ ਕਿ ਸਾਡੀ ਮੰਗ ਕੇਵਲ ਤੇ ਕੇਵਲ ਕਾਨੂੰਨ ਰੱਦ ਕਰਾਉਣੇ ਆ, ਸੋਧ ਕਰਾਉਣੀ ਨਹੀਂ ਹੈ। ਕਿਉਂਕਿ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਈ ਵਾਰੀ ਕਿਹਾ ਕਿ ਸੋਧ ਨਾਲ ਕੋਈ ਗੱਲ ਹੀ ਨਹੀਂ ਬਣਦੀ, ਕਿਉਂਕਿ ਇਹਦੇ 'ਚ ਇੱਕ ਵੀ ਫਾਇਦਾ ਨਹੀਂ। ਮੈਂ ਉਦੋਂ ਗਰੇਵਾਲ ਸਾਹਿਬ ਨੂੰ ਵੀ ਬੀਜੇਪੀ ਦੇ ਨੁਮਾਇੰਦੇ ਨੂੰ ਤੁਹਾਡੇ ਮਨ 'ਚ ਵੀ ਇੱਕ ਫਾਇਦਾ ਗਿਣਾ ਦਿਓ, ਗਿਣਾ ਨਹੀਂ ਸੀ ਸਕੇ ਉਹ। ਸੋ ਇਹ ਇੱਕ ਤਾਂ ਇਹ ਆ ਵੀ ਇਹ ਤੋਂ ਇਹ ਪਤਾ ਲੱਗਦਾ ਵੀ ਲੀਡਰਸ਼ਿਪ ਨੂੰ ਸਾਰੀ ਗੱਲ ਬੜੀ ਕਲੀਅਰ ਹੈ। ਤੇ ਦੂਸਰੇ ਵੀ ਉਹਨਾਂ ਨੇ ਬਾਅਦ ਵਿੱਚ ਜਿਹੜੀ ਪ੍ਰੈਸ ਮੀਟ ਦੇ ਵਿੱਚ ਵੀ ਬੜੇ ਵਧੀਆ ਜਵਾਬ ਦਿੱਤੇ ਆ ਕਿ ਜੇ ਰੋਕਦੇ ਆ ਸਾਨੂੰ ਤਾਂ ਅਸੀਂ ਦੇਖਾਂਗੇ, ਅਸੀਂ ਪਰਮਿਸ਼ਨ ਨਹੀਂ ਲੈਂਦੇ ਹੁੰਦੇ। ਮੈਂ ਵਾਕਈ ਕਿਸਾਨ ਜਥੇਬੰਦੀਆਂ ਨੇ ਕਦੀ ਰੈਗੂਲਰ ਜਥੇਬੰਦੀਆਂ ਜਿਹੜੀਆਂ ਮੁਲਾਜ਼ਮਾਂ ਨੇ ਜਾਂ ਦੂਸਰੀਆਂ ਜਿੱਥੇ ਕਿਤੇ ਪ੍ਰਦਰਸ਼ਨ ਕਰਨ ਦੀ ਲੋੜ ਆ, ਪਰਮਿਸ਼ਨ ਦੀ ਲੋੜ ਨਹੀਂ ਹੈ। ਪਤਾ ਹੀ ਆ ਰੈਗੂਲਰ ਸੰਘਰਸ਼ ਚੱਲ ਰਿਹਾ ਆ, ਸਾਰਾ CID ਜਾਂ ਹੋਰ ਏਜੰਸੀਆਂ ਰਾਹੀਂ ਵੀ ਪਰਮਿਸ਼ਨ ਜਾ ਰਹੀ ਹੈ। तो किसान जगतार जी मैं जगतार जी विचों टोक रहा है। किसान अपने टीचे ते दृढ़ है। किसान नेता ने जो संबोधन कर रहे थे कहते करोना के नाम से सानू डराया गया, बार बार हाथ धोने की गल करते हैं। वो कहते किसान ने तो सारी उम्र कदे हाथ ही नहीं धोते, सानू तो पता ही नहीं ये बीमारियां होंदियां की है। कहते असीं इन्हां बीमारियां करके डरदे नहीं, जावांगे दिल्ली वाल। नहीं वो ठीक है, कोरोना तो किसानों ने की डरना है, अदरवाइज ये वायरस जिहड़ी है ये तो रीयल है जी, वो अलग चीज है। पर चलो वखरा मुद्दा वर्ल्ड क्लोज्ड है, वो वखरा मुद्दा है। दूसरे पासे गल चल जानी है, वर्ल्ड क्लोज्ड है, इंटरनेशनल फ्लाइट्स बंद ने, कोई थोड़ियां बहुत समझौते तहत हो ही आ रही हैं। और जी उन्होंने अपनी 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 दृढ़ता की गल की, अपनी दृढ़ता की गल है किसानों की।
ਕਿਉਂਕਿ ਕਿਸਾਨਾਂ ਨੇ ਕੋਈ ਹੋਰ ਜਿਹੜੀ ਸੰਘਰਸ਼ ਕਿਸਾਨਾਂ ਦੇ ਗਲ ਪਾਇਆ ਗਿਆ, ਇਹ ਰੈਗੂਲਰ ਸੰਘਰਸ਼ ਨਹੀਂ ਸੀਗਾ ਜਿਹਦੇ ਵਿੱਚ ਵੱਧ ਪਾ ਦੇਣ ਦੀਆਂ ਗੱਲਾਂ ਆ ਜਾਂ ਬਾਕੀ ਹੋਰ ਜਿਹੜੀਆਂ ਗੱਲਾਂ ਹੈਗੀਆਂ ਆ ਉਹ ਨਹੀਂ ਸੀਗਾ। ਸੋ ਇਹਨਾਂ ਨੇ ਜਿਹੜਾ ਹੈਗਾ ਆ ਉਹ ਮਤਲਬ ਮਜਬੂਰੀ 'ਚ ਸੰਘਰਸ਼ ਕਰਨਾ ਪਿਆ ਹੈ ਕਿਸਾਨਾਂ ਨੂੰ, ਇੱਕਦਮ ਗਲ ਪਾ ਦਿੱਤਾ ਜਿਹਦੇ ਨਾਲ ਸਰਵਾਈਵ ਕਰਾਈ ਹੈ ਇਹ। ਸੋ ਇਹਦੇ ਵਿੱਚ ਕੋਈ ਇਹ ਵੀ ਨਹੀਂ ਹੈਗਾ ਕਿ ਤੁਸੀਂ ਮਤਲਬ ਜਿਹੜਾ ਆ ਇਹਨੂੰ ਪੋਸਟਪੋਨ ਕਰ ਸਕਦੇ ਆ ਜਾਂ ਕਿਸ ਤਰ੍ਹਾਂ। ਫਿਰ ਸਾਰੀ ਸਮਝ ਇਹਨਾਂ ਨੂੰ ਕਾਨੂੰਨਾਂ ਦੀ, ਸੰਧੂ ਸਾਹਿਬ ਨੇ ਵੀ ਦੱਸਿਆ ਆ ਵੀ ਇਹਨਾਂ ਨੇ ਨਾਲ ਜਿਹੜੀ ਇਹ ਗੱਲ ਕਹਿਤੀ ਆ ਵੀ ਅਸੀਂ ਸੋਧ ਕਰਤੀ ਉਹਦੇ ਨਾਲ ਇਸ ਤਰ੍ਹਾਂ ਹੋ ਗਿਆ, ਉਹ ਤਾਂ ਸੋਧ ਤਾਂ ਦੀ ਉਹ ਲੰਗੜੀ ਹੈ। ਜਿਸ ਤਰ੍ਹਾਂ ਉਹ 3 ਸਾਲ ਦੀ ਸਜ਼ਾ ਆ, ਹੋਰ ਉਹਦੇ ਵਿੱਚ ਉਹ ਤੁਸੀਂ ਕਰਨਾ ਕੀ ਹੈ, ਫਿਰ ਜਿਹੜੀ ਵੱਧ ਗਈ ਜਾਂ ਜਿਹੜੀ ਕਿਸੇ ਨੇ ਏਜੰਸੀ ਨੇ ਨਾ ਖਰੀਦੀ ਜਾਂ ਤਾਂ MSP ਦੀ ਗਾਰੰਟੀ ਦੇਣ, ਜਿਹੜਾ ਅਸੀਂ ਲਗਾਤਾਰ ਕਹਿ ਰਹੇ ਹਾਂ। ਸੋ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਤਾਂ ਸਾਰੇ ਪਾਰਟੀ ਨੇ ਕਾਨੂੰਨ ਲਈ। ਮੈਂ ਤਾਂ ਇਹ ਕਹੂੰਗਾ ਕਿ ਸ਼੍ਰੋਮਣੀ ਅਕਾਲੀ ਦਲ ਵੀ ਪਹਿਲਾਂ ਪ੍ਰਚਾਰ ਕਰਦਾ ਰਿਹਾ ਆ। ਸੋ ਇਸੇ ਕਰਕੇ ਕਿਸਾਨ ਆਪਣੇ ਬਲਬੂਤੇ ਤੇ ਸੰਘਰਸ਼ ਲੜ ਰਹੇ ਆ ਸਿਆਸੀ ਧਿਰਾਂ। ਜੀ ਜਗਤਾਰ ਜੀ ਇੱਕ ਸਵਾਲ ਜ਼ਰੂਰ ਮੈਂ ਲੈਣਾ ਚਾਹਾਂਗਾ। ਅੱਜ ਜਿਹੜੀ ਮੀਟਿੰਗ ਹੋਈ ਹੈ, ਜਿਸ ਮੁੱਦੇ ਦਾ ਤੁਸੀਂ ਚਰਚਾ ਨਹੀਂ ਕਰ ਰਹੇ, ਉਹ ਵੀ ਅਹਿਮ ਗੱਲ ਹੈ ਕਿ ਪੰਜਾਬ ਮੰਤਰੀ ਮੰਡਲ ਦੇ ਕੁਝ ਮੈਂਬਰਾਂ ਨੇ ਜਾ ਕੇ ਕਿਸਾਨਾਂ ਦੇ ਨਾਲ ਮੀਟਿੰਗ ਕੀਤੀ ਔਰ ਉਹਨਾਂ ਨੇ ਕਿਹਾ ਕਿ ਮੁਸਾਫਰ ਗੱਡੀਆਂ ਵੀ ਜਿਹੜੀਆਂ ਦੂਜੀਆਂ ਰੇਲ ਗੱਡੀਆਂ ਜਿਹੜੀਆਂ ਮਾਲ ਗੱਡੀਆਂ ਹੈਗੀਆਂ ਉਹਨਾਂ ਦੇ ਨਾਲ ਚਲਾਉਣ ਦੀ ਇਜਾਜ਼ਤ ਦਿੱਤੀ ਜਾਵੇ। ਜਾਣੀ ਪੰਜਾਬ ਸਰਕਾਰ ਵੱਲੋਂ ਇਹ ਮੁੱਦਾ ਜਿਹੜਾ ਆਇਆ ਉਹ ਕਿਸਾਨਾਂ ਨੇ ਰੱਦ ਕਰ ਦਿੱਤਾ ਕਿ ਅਸੀਂ ਮੁਸਾਫਰ ਗੱਡੀਆਂ ਚਲਾਉਣ ਦੀ ਇਜਾਜ਼ਤ ਨਹੀਂ ਦੇਵਾਂਗੇ। ਸਭ ਤੋਂ ਪਹਿਲਾਂ ਉਹਨਾਂ ਨੂੰ ਚਾਹੀਦੇ ਜਿਹੜੀਆਂ ਮਾਲ ਗੱਡੀਆਂ ਪੰਜਾਬ 'ਚ ਚਾਲੂ ਕੀਤੀਆਂ ਜਾਣ। ਇਸ ਮੁੱਦੇ ਤੇ ਕੀ ਕਹੋਗੇ? ਸਿੱਧੂ ਸਾਹਿਬ ਬਿਲਕੁਲ ਸਹੀ ਫੈਸਲਾ ਆ। ਪਹਿਲਾਂ ਵੀ ਮਾਲ ਗੱਡੀਆਂ ਚਲਾਉਣ ਦੀ ਇਜਾਜ਼ਤ ਮੰਗ ਰਿਹਾ ਸੀ, ਕਿਸਾਨਾਂ ਨੇ ਉਹ ਦੇ ਦਿੱਤੀ ਹੈ। ਤੇ ਜਿਹੜੇ ਵੱਖ-ਵੱਖ ਤਰ੍ਹਾਂ ਦੇ BJP ਦੇ ਬੁਲਾਰੇ ਦੇ ਰਹੇ ਆ ਤਰਕ ਕੇ ਕੱਲੀ ਮਾਲ ਗੱਡੀ ਨਹੀਂ, ਹਮੇਸ਼ਾ ਹੀ ਪੈਸੇਂਜਰ ਟ੍ਰੇਨ ਜ਼ਿਆਦਾ ਚੱਲਦੀ ਰਹੀਆਂ। COVID-19 ਦੇ ਵੇਲੇ ਵੀ ਮਾਲ ਗੱਡੀਆਂ ਬਕਾਇਦਾ ਚੱਲਦੀਆਂ ਰਹੀਆਂ ਆ। ਹੈ ਜੀ, ਇਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਜੋ ਕਿਸਾਨ ਜਥੇਬੰਦੀਆਂ ਨੇ ਜਿਹੜਾ ਦਬਾਅ ਤਾਂ ਹੀ ਬਣੂਗਾ ਨਾ, ਜਿਹੜੀ ਮਿਨੀਮਮ ਲੋੜ ਹੈਗੀ ਆ ਉਹਨਾਂ ਨੇ ਪਹਿਲਾਂ ਹੀ ਲਾਅ ਕਰਤੀ ਆ। ਜਾਂ ਤਾਂ ਇਹ ਗੁੱਡਵਿਲ ਦਿਖਾਲਦੇ, ਇਮੀਡੀਏਟਲੀ ਮਾਲ ਗੱਡੀਆਂ ਚਲਾਉਂਦੇ, ਫਿਰ ਕਿਸਾਨ ਜਥੇਬੰਦੀਆਂ ਵੀ ਉਹ ਜਿਹੜਾ ਸਪੋਰਟਿੰਗ ਰਵੱਈਆ ਜਿਹਨੂੰ ਆਪਾਂ ਕਹਿੰਦੇ ਨੇ ਮਾਹੌਲ ਬਣਾਉਣਾ ਚਾਹੀਦਾ, ਮਾਹੌਲ ਬਣਦਾ ਹੈ। ਕੋਈ ਉਧਰੋਂ ਵੀ ਨਹੀਂ ਦਿਖਾ ਰਹੀ, ਕੇਂਦਰ ਸਰਕਾਰ ਤਾਂ ਕੋਈ ਵੀ ਸਦਭਾਵਨਾ ਨਹੀਂ ਦਿਖਾ ਰਹੀ। ਕੈਪਟਨ ਅਮਰਿੰਦਰ ਸਰਕਾਰ ਕਹਿ ਰਹੀ ਹੈ ਕਿ ਨਹੀਂ ਮੁਸਾਫਰ ਗੱਡੀਆਂ ਵੀ ਚਲਾਓ, ਉਹਨਾਂ ਨੇ ਕਿਸਾਨਾਂ ਨੂੰ ਜਾ ਕੇ ਅਪੀਲ ਕੀਤੀ ਹੈ। ਜੀ ਜਗਤਾਰ ਜੀ, ਮੈਂ ਤੁਹਾਡਾ ਸਵਾਲ ਜਿਹੜਾ ਅੱਗੇ ਜਾਣ ਤੋਂ ਪਹਿਲਾਂ ਲੈਣਾ ਚਾਹੁੰਦਾ ਹਾਂ। ਦੇਖੋ ਕੈਪਟਨ ਸਾਹਿਬ ਵੀ ਸ਼੍ਰੋਮਣੀ ਅਕਾਲੀ ਦਲ ਵਾਂਗੂ ਇਹ ਤਾਂ ਪਹਿਲਾਂ ਤੋਂ ਹੀ ਅੰਦਰ ਖਾਤੇ ਤੇ ਨਾਲ ਨੇ ਇਹ ਕਾਰਪੋਰੇਟ ਸੈਕਟਰ ਦੇ। ਇਹਨਾਂ ਨੇ ਤੁਹਾਨੂੰ ਮੈਂ ਦੱਸਿਆ ਸੀ ਮੋਹਾਲੀ ਵਿੱਚ ਕਰੋੜਾਂ ਦੀ ਜ਼ਮੀਨ ਪਹਿਲਾਂ ਰਿਲਾਇੰਸ ਨੂੰ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਦੋਂ ਮੈਂ ਸਰਵਿਸ ਦੇ ਵਿੱਚ ਸੀਗਾ ਮੰਡੀ ਬੋਰਡ ਦੇ ਵਿੱਚ, ਅਸੀਂ ਉਦੋਂ ਉਹ ਮਸਾਂ ਹੀ ਜ਼ਮੀਨ ਬਚਾਈ ਹੈ। ਸਾਰੇ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਜ਼ਮੀਨਾਂ ਵੀ ਇਹਨਾਂ ਨੇ ਉਹਨਾਂ ਦੇ ਹਵਾਲੇ ਕਰਨ ਦੀ ਕੋਸ਼ਿਸ਼ ਕੀਤੀ ਸੀਗੀ 2006 ਦੇ ਵਿੱਚ। ਹੁਣ ਵੀ ਜਿਹੜੀ ਭਾਈਵਾਲੀ ਹੈ ਇਹਨਾਂ ਦੀ ਕਾਰਪੋਰੇਟ ਜਗਤ ਨੂੰ ਤਾਂ ਇਹ ਵੈਲਕਮ ਕਰਦੇ ਆ। ਜੀ ਤੁਹਾਡੀ ਗੱਲ ਆ ਗਈ ਜੀ, ਥੈਂਕ ਯੂ ਵੈਰੀ ਮਚ। ਪ੍ਰੋਫੈਸਰ ਮਨਜੀਤ ਸਿੰਘ, ਤੁਸੀਂ ਅਕਸਰ ਕਿਸਾਨਾਂ ਦੀਆਂ ਮੀਟਿੰਗਾਂ 'ਚ ਜਾਂਦੇ ਵੀ ਹੋ, ਪਾਰਟਿਸਿਪੇਟ ਕਰਦੇ ਹੋ। ਕਿਸਾਨਾਂ ਨੇ ਜੋ ਅੱਜ ਫੈਸਲਾ ਲਿਆ ਕਿ ਮੈਸੇਜ ਦਿੱਤਾ ਹੈ, ਉਹਨਾਂ ਨੇ ਕਿਹਾ ਕਿ ਸੰਘਰਸ਼ ਕੌਮੀ ਪੱਧਰ ਤੇ ਹੈ, ਕੌਮੀ ਪੱਧਰ ਤੇ ਤਾਲਮੇਲ ਕਮੇਟੀ ਬਣਾ ਕੇ ਸੰਘਰਸ਼ ਲੜਿਆ ਜਾ ਰਿਹਾ, ਇਕੱਲੇ ਪੰਜਾਬ ਦੀ ਲੜਾਈ ਨਹੀਂ। ਤੇ ਜਦੋਂ ਸਵਾਲ ਹੈ ਟਰੈਕਟਰਾਂ ਦਾ, ਟਰਾਲੀਆਂ ਦੇ ਕਾਫਲੇ ਚੱਲਣਗੇ, ਜਿੱਥੇ ਕਹਿੰਦੇ ਰੋਕਣਗੇ ਉੱਥੇ ਹੀ ਅਸੀਂ ਜਿਹੜੇ ਕਿ ਝੰਡੇ ਕੱਢ ਦਿਆਂਗੇ, ਉੱਥੇ ਹੀ ਮੋਰਚੇ ਲਾ ਦਿਆਂਗੇ। ਜੀ ਪ੍ਰੋਫੈਸਰ ਮਨਜੀਤ ਸਿੰਘ, ਇਹ ਬਹੁਤ ਵੱਡੇ ਫੈਸਲੇ ਆ। ਮੈਂ ਗੱਲ ਕਰੂੰਗਾ ਕੇਂਦਰੀ ਸਰਕਾਰ ਦੀ ਜਿਹੜੇ ਐਟੀਟਿਊਡ ਤੋਂ ਸ਼ੁਰੂ ਕਰੂੰਗਾ। ਜਦੋਂ ਮਾਰਚ 24 ਨੂੰ ਇਸੇ ਹੀ ਪ੍ਰਧਾਨ ਮੰਤਰੀ ਜਿਹੜੇ ਨਰਿੰਦਰ ਮੋਦੀ ਜੀ ਹੈ, ਇਹਨਾਂ ਨੇ ਆ ਕੇ TV ਤੇ ਲੋਕਾਂ ਨੂੰ ਕਿਹਾ ਸੀ ਬਿਲਕੁਲ ਘਰਾਂ ਤੋਂ ਬਾਹਰ ਨਹੀਂ ਨਿਕਲਣਾ। ਉਦਣ ਕੌਣ ਸੀ ਵੀ, ਉਦਣ ਕੀ ਗੱਲ ਸੀਗੀ ਹੈ? ਉਦਣ ਗੱਡੀਆਂ ਬੰਦ ਹੋਈਆਂ, ਸਾਰੀਆਂ ਰੇਲਾਂ ਬੰਦ ਹੋਈਆਂ, ਸਾਰਾ ਕੁਝ ਦੇਸ਼ ਨੂੰ ਠੱਪ ਕੀਤਾ ਕਿ ਨਹੀਂ ਕੀਤਾ ਇਹਨਾਂ ਨੇ? ਜੇ ਕਿਸਾਨ ਆਪਣੇ ਹੱਕ ਹਕੂਕ ਲਈ ਰੇਲਾਂ ਨੂੰ ਬੰਦ ਕਰਦੇ ਆ ਜਾਂ ਉਹਨਾਂ ਨੇ ਕਹਿਤਾ ਕਿ ਗੁਡਸ ਟ੍ਰੇਨ ਤੁਸੀਂ ਆਉਣ ਦਿਓ ਤਾਂ ਬੜਾ ਵੱਡਾ ਇਹਨਾਂ ਨੂੰ ਮਿਰਚ ਲੱਗ ਗਈ ਹੈ। ਕਿੱਡੀਆਂ ਦੋਗਲੀਆਂ ਚਾਲਾਂ ਇਹ 'ਚ ਹੈਗੀਆਂ। ਜਦੋਂ ਲੋੜ ਪਈ ਇਹਨਾਂ ਨੇ ਬਿਹਾਰ ਦੇ ਵਿੱਚ ਲੱਖਾਂ ਬੰਦਿਆਂ ਦੀਆਂ ਇਕੱਠੀਆਂ ਰੈਲੀਆਂ ਕੀਤੀਆਂ, ਕਿੰਨਿਆਂ ਕੁ ਨੇ ਮਾਸਕ ਪਾਇਆ ਸੀ, ਕਿੰਨਿਆਂ ਕੁ ਨੇ ਸੋਸ਼ਲ ਡਿਸਟੈਂਸ ਰੱਖਿਆ ਸੀ। ਚੋਣਾਂ ਜਾਣਾ ਜਿੱਤ ਕੇ ਸਾਰਾ ਕੁਝ ਰੌਲਾ ਰੱਪਾ ਪਾ ਕੇ ਹੁਣ ਜਦੋਂ ਕਿਸਾਨਾਂ ਨੇ ਦਿੱਲੀ ਜਾਣਾ ਉਦੋਂ ਕਰੋਨਾ ਚੁੱਭਦੀ ਆ ਇਹਨਾਂ ਨੂੰ। ਇਹਨਾਂ ਦੇ ਘਰ ਜਾਣਾ ਕਿਸਾਨਾਂ ਨੇ ਰਾਮਲੀਲਾ ਜਾਣਾ। ਦੀਵਾਲੀ ਤੇ ਤੁਸੀਂ ਦਿੱਲੀ 'ਚ ਦੇਖਿਆ ਮਤਲਬ ਇਹ ਮੋਢੇ ਨਾਲ ਮੋਢਾ ਜੋੜ ਕੇ ਲੋਕ ਪਏ ਫਿਰਦੇ ਸੀ, ਬਾਜ਼ਾਰ ਭਰੇ ਪਏ ਸੀ। ਹੁਣ ਜਦੋਂ ਪੈਸੇ ਆ ਗਏ, ਕੇਜਰੀਵਾਲ ਨੂੰ ਵੀ ਸਰਕਾਰ ਨੂੰ ਪੈਸੇ ਆ ਗਏ, ਉੱਥੇ ਸੇਲਸ ਵਿੱਚੋਂ ਸਾਰਾ ਕੁਝ ਆ ਗਿਆ। ਜਦੋਂ ਕਿਸਾਨ ਜਾਣਗੇ ਉੱਥੇ ਮੁਜ਼ਾਹਰਾ ਕਰਨ, ਉਹ ਨਹੀਂ ਆ ਸਕਦੇ।
ਇੱਥੋਂ ਮੇਰਾ ਇਸ ਕਹਿਣਾ ਹੈਗਾ ਆ ਕਿ ਦੇਖੋ ਇੱਥੇ ਸਾਡੀਆਂ ਪਾਰਟੀਆਂ ਬੈਠੀਆਂ ਹੋਈਆਂ, ਇਹਨਾਂ ਨੂੰ ਚਾਹੀਦਾ ਇਹ ਹੈ ਕਿ ਇਸ ਮੌਕੇ ਦੇ ਉੱਤੇ ਵੱਧ ਤੋਂ ਵੱਧ ਕਿਸਾਨਾਂ ਦੀ ਪਿੱਠ ਪਿੱਛੇ ਖੜੇ ਹੋਣ। ਚਲੋ ਕਾਂਗਰਸ ਨੂੰ ਇੰਨਾ ਕਿਤੇ ਕ੍ਰੈਡਿਟ ਚਲੇ ਜਾਂਦਾ ਹੈ ਕਿ ਉਹਨਾਂ ਨੇ ਘੱਟੋ ਘੱਟ ਅਸੈਂਬਲੀ ਦੇ ਵਿੱਚ ਇਨੀਸ਼ੀਏਟਿਵ ਲੈ ਕੇ ਆਪਣਾ ਵਾਅਦਾ ਪੂਰਾ ਕੀਤਾ ਕਿਸਾਨਾਂ ਨਾਲ ਔਰ ਉਹਨਾਂ ਨੂੰ ਬਿੱਲਾਂ ਨੂੰ ਰਿਜੈਕਟ ਕੀਤਾ। ਆਮ ਆਦਮੀ ਪਾਰਟੀ ਨੂੰ ਵੀ ਚਾਹੀਦਾ ਸੀ ਕਿ ਉਹ ਆਪਣੇ ਤੌਰ ਦੇ ਉੱਤੇ, ਤੁਸੀਂ ਅਕਾਲੀਆਂ ਨੂੰ ਨਹੀਂ ਲਿਆ, ਮੈਂ ਉਹਨਾਂ ਨੂੰ ਵੀ ਵਿੱਚੇ ਹੀ ਰੱਖਦਾ ਆ ਕਿ ਚਾਹੀਦਾ ਇਹੀ ਸੀਗਾ ਆਮ ਆਦਮੀ ਪਾਰਟੀ ਨੂੰ ਵੀ, ਹਾਂਜੀ, ਕਿ ਆਮ ਆਦਮੀ ਪਾਰਟੀ ਨੂੰ ਚਾਹੀਦਾ ਸੀ ਕਿ ਆਪਣੇ ਝੰਡੇ ਬੁੰਗੇ ਲੈ ਕੇ, ਜੇ ਉਹ 26 ਨੂੰ ਜਾ ਰਹੇ ਆ ਤੇ ਇਹ ਪਹਿਲਾਂ 25 ਨੂੰ ਜਾਣ ਟਰੈਕਟਰ ਲੈ ਕੇ, ਇੱਥੋਂ ਆਪਣੇ ਆਪ ਦੇ ਝੰਡੇ ਵੀ ਝਾੜੂ ਵਾਲੇ ਲੈ ਕੇ ਜਾਣ, ਉੱਥੇ ਝਾੜੂ ਝੂੜੂ ਮਰਵਾ ਕੇ ਰਾਮਲੀਲਾ ਗਰਾਊਂਡ 'ਚ ਸਰਕਾਰ ਕੋਲੋਂ, ਕੇਜਰੀਵਾਲ ਵਾਲੇ ਕੋਲੋਂ, ਤੇ ਉੱਥੇ ਤਿਆਰੀ ਕਰਦੇ, ਟੈਂਟ ਟੁੰਟ ਲਵਾਉਂਦੇ। ਮੈਂ ਪਤਾ ਲੱਗਦਾ ਸਾਨੂੰ ਕਿ ਕਿਸਾਨਾਂ ਦਾ ਇੱਕ ਵੱਡੇ 2-4 ਗੇਟ ਲਾਏ ਹੁੰਦੇ ਜਿੱਥੇ ਐਂਟਰੀ ਹੋਣੀ ਆ ਦਿੱਲੀ ਦੇ, ਵੈਲਕਮ ਬਾਈ ਕੇਜਰੀਵਾਲ, ਕੇਜਰੀਵਾਲ ਹੱਥ ਜੋੜ ਕੇ ਵੈਲਕਮ ਕਰਦੇ ਹੁੰਦੇ ਜਿਵੇਂ ਵੋਟਾਂ ਮੰਗਦੇ ਹੁੰਦੇ ਆ। ਹੁਣ ਇਹ ਮੌਕਾ ਸੀਗਾ ਕਿ ਕੇਜਰੀਵਾਲ ਨੂੰ ਬੜੀ ਗੋਲਡਨ ਅਪਰਚੁਨਿਟੀ ਸੀਗੀ ਕਿਸਾਨਾਂ ਦਾ ਉੱਥੇ ਵੈਲਕਮ ਕਰਦੇ ਕਿ ਤੁਹਾਡਾ ਧੰਨਵਾਦ, ਵੈਸੇ ਸਾਡੀ ਪੁਲਿਸ ਨਹੀਂ ਅਲਾਉ ਕਰ ਰਹੀ ਪਰ ਸਾਡੀ ਵੱਲੋਂ ਤੁਹਾਡਾ ਧੰਨਵਾਦ, ਅਸੀਂ ਤੁਹਾਨੂੰ ਪੂਰਾ ਕੋਆਪਰੇਸ਼ਨ ਆ ਔਰ ਸਾਡੀ ਪਾਰਟੀ 4000 5000 ਟਰੈਕਟਰ ਲੈ ਕੇ ਆ ਰਹੀ ਹੈ। ਉਹ ਨਹੀਂ ਕੁਝ ਕਿਹਾ। ਅੱਜ ਜੋ ਬਿਆਨ ਆਇਆ ਤੁਸੀਂ ਕਲਤਾਰ ਸਿੰਘ ਸੰਧਵਾਂ ਦਾ, ਕਹਿੰਦੇ ਜੀ ਅਸੀਂ ਨਾ ਚੁੱਪ ਚਪੀਤੇ ਗੁਪਤਦਾਨ ਕਰਾਂਗੇ, ਅਸੀਂ ਸਾਡੇ ਬੰਦੇ ਤੇ ਜਾਣਗੇ ਉੱਥੇ ਪਰ ਉਹ ਉਹਨਾਂ ਕਿਸਾਨਾਂ ਦੀਆਂ ਜਥੇਬੰਦੀਆਂ ਉਹਨਾਂ ਦੇ ਝੰਡਿਆਂ ਥੱਲੇ ਜਾਣਗੇ, ਆਪਣਾ ਕੁਝ ਨਹੀਂ ਕਰਨਗੇ। ਇਹਦਾ ਮਤਲਬ ਇਹ ਆ ਕਿ ਕਿਹਨੇ ਕਿਹਨੂੰ ਕਿੰਨਾ ਪੁੱਛਣਾ, ਉਹ ਤੇ ਅਸੀਂ ਵੀ ਕਰੀ ਜਾਂਦੇ ਆ ਗੁਪਤਦਾਨ, ਤੇ ਅਸੀਂ ਵੀ ਜਾਂਦੇ ਆ, ਹੱਕ 'ਚ ਬੋਲਦੇ ਵੀ, ਉਹਨਾਂ ਦੀਆਂ ਰੈਲੀਆਂ 'ਚ ਵੀ ਜਾਂਦੇ ਆ, ਜਿਹੜੇ ਕੋਈ ਵੱਡੇ ਐਕਸ਼ਨ ਨੇ ਉਹਨਾਂ 'ਚ ਸ਼ਾਮਿਲ ਵੀ ਹੁੰਦੇ ਆ, ਅਸੀਂ ਮੀਟਿੰਗਾਂ 'ਚ। ਮੈਂ ਸਵਾਲ ਲਵਾਂਗਾ ਜੀ, ਪ੍ਰੋਫੈਸਰ ਬਹੁਤ ਅਹਿਮ ਸਵਾਲ ਹੈ, ਮੈਂ ਵਾਪਸ ਆਵਾਂਗਾ ਤੁਹਾਡੇ ਵੱਲ। ਆਨ ਸਵਾਲ ਹੈ, ਇਸ ਮੁੱਦੇ ਤੇ ਆਪਾਂ ਜਵਾਬ ਜ਼ਰੂਰ ਲਵਾਂਗੇ। ਜਗਤਾਰ ਸਿੰਘ ਜੀ, ਮੈਂ ਪੋਲੀਟੀਕਲ ਜਿਹੜੇ ਇਸ਼ੂ ਉੱਤੇ ਕਿ ਕਿੰਨੇ ਕੁ ਲੋਕ ਜਾਣਗੇ ਉਹਦੇ ਤੇ ਸਵਾਲ ਲੈਣ ਤੋਂ ਪਹਿਲਾਂ ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਨੇ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਨਾਲ ਖੜੀ ਆ ਕਿਸਾਨਾਂ ਦੇ, ਤਾਂ ਉਹਨਾਂ ਨੂੰ ਚਾਹੀਦਾ ਸੀ ਕਿ ਕਿਸਾਨੀ ਸੰਘਰਸ਼ ਯੋਧਿਆਂ ਦੀ ਹਮਾਇਤ ਦੇ ਵਿੱਚ ਕੋਈ ਗੇਟ ਬਣਾਏ ਜਾਂਦੇ, ਕੋਈ ਤਿਆਰੀਆਂ ਕੀਤੀ ਜਾਂਦੀਆਂ। ਦਿੱਲੀ 'ਚ ਤਾਂ ਆਪਣਾ ਰਾਜ ਹੈ, ਕਹਿੰਦੇ ਕਿਉਂ ਚੁੱਪ ਚਪੀਤੇ ਬੈਠੀ ਆ ਆਮ ਆਦਮੀ ਪਾਰਟੀ। ਸਿੱਧੂ ਸਾਹਿਬ, ਬੜੇ ਦੁੱਖ ਨਾਲ ਮੈਨੂੰ ਕਹਿਣਾ ਪੈ ਰਿਹਾ ਵੀ ਪ੍ਰੋਫੈਸਰ ਮਨਜੀਤ ਸਿੰਘ ਹੁਣੀ ਆਉਂਦੇ ਤਾਂ ਪੋਲੀਟੀਕਲ ਐਨਾਲਿਸਟ ਦੇ ਤੌਰ ਤੇ ਨੇ, ਇਹ ਜਾਂ ਐਡਵਾਈਜ਼ਰ ਬਣ ਜਾਂਦੇ ਆ ਜਾਂ ਇਹ ਬੀਜੇਪੀ ਜਿਹਨੂੰ ਜਿਹੜੀ ਗੱਲ ਸੂਟ ਕਰਦੀ ਹੈ ਆਮ ਆਦਮੀ ਪਾਰਟੀ ਦੇ ਨਾਲ ਜਿਹੜੀ ਨਿੱਜੀ ਖੁੰਦਕ ਆ ਉਹ ਕੱਢਣ ਲੱਗ ਜਾਂਦੇ ਆ। ਹੁਣ ਤੁਸੀਂ ਦੱਸੋ, ਅਕਾਲੀ ਦਲ ਆਉਂਦਾ ਤੇ ਉਹਨਾਂ ਨੂੰ ਵੀ ਠੋਕਦੇ ਅਸੀਂ। ਮੈਂ ਤੁਹਾਡੀ ਗੱਲ ਨਹੀਂ ਅਕਾਲੀ ਦਲ ਹੈ ਹੀ ਨਹੀਂ ਸਭ, ਮੈਂ ਅਸੀਂ ਰੋਜ਼ ਬੋਲਦੇ ਆ, ਮੈਂ ਤੁਹਾਡੀ ਗੱਲ ਨਹੀਂ ਬੋਲਿਆ। ਹਾਂ, ਸੁਣਨ ਦੀ ਕੋਸ਼ਿਸ਼ ਕਰੋ। ਇਹਨਾਂ ਨੇ ਮਤਲਬ ਗੱਲਾਂ ਕਰਤੀਆਂ ਵੀ ਆਪਣੇ ਝੰਡੇ ਉੱਥੇ ਲਾ ਕੇ ਤੇ ਆਪਣਾ ਪੂਰਾ ਕਰਕੇ ਤੇ ਕੱਲ ਨੂੰ ਇਹਨਾਂ ਨੇ ਵਿਰੋਧ ਕਰਨਾ, ਇਹ ਨਾ ਵੀ ਕਰਨ। ਇਹ ਤਾਂ ਕੱਲੇ ਕਹਿ ਰਹੇ ਬੰਦੇ ਆ, ਸਾਨੂੰ ਇਹਨਾਂ ਦੇ ਵਿਰੋਧ ਹੀ ਨਹੀਂ ਤਾਂ ਰੋਜ਼ ਇਹ ਵਿਰੋਧ ਕਰਦੇ ਬਿਨਾਂ ਮਤਲਬ ਤੋਂ। ਇੱਕ ਵਾਰੀ ਕਹਿੰਦੇ ਤੁਹਾਡੇ ਐਸਡੀਐਮ ਨੇ ਫੌਜਾਂ ਆ, ਮੈਂ ਕਹਿੰਦਾ ਕਿਸਾਨਾਂ ਦੀਆਂ ਇਹ ਸ਼ਰਤਾਂ ਆ ਕਿ ਝੰਡੇ ਲੈ ਕੇ ਨਹੀਂ ਜਾਣਾ। ਔਰ ਸੰਧਮਾ ਸਾਹਿਬ ਨੇ ਬੜਾ ਕਲੀਅਰ ਕੱਟ ਬਿਆਨ ਦਿੱਤਾ, ਉਹਨੂੰ ਕਿੱਦਾਂ ਡਿਸਟੋਰਟ ਕਰਕੇ ਪ੍ਰਚਾਰ ਕਰ ਰਹੇ ਨੇ। ਅਸੀਂ ਇਹ ਕਲੀਅਰ ਕੱਟ ਕਿਹਾ ਹੈ ਵੀ ਅਸੀਂ ਕਿਸਾਨਾਂ ਦੇ ਝੰਡੇ ਥੱਲੇ ਜਾਵਾਂਗੇ, ਬਿਲਕੁਲ ਅਸੀਂ ਨਹੀਂ ਲੈ ਕੇ ਜਾਵਾਂਗੇ, ਓਪਨਲੀ ਸਪੋਰਟ ਕੀਤੀ। ਚਲੋ ਇਹ ਆ ਜਿਹੜੀ ਗੱਲ ਹੈ ਨਾ, ਦਿਸ ਇਜ਼ ਵੈਰੀ ਅਨਫੋਰਚੂਨੇਟ ਕਿ ਜਿਹੜੀਆਂ ਸੰਘਰਸ਼ ਵਾਲੀਆਂ ਧਿਰਾਂ ਆ ਉਹਨਾਂ ਦੇ ਵਿੱਚ ਆਪਸ ਵਿੱਚ ਹੀ ਪਾਰਕ ਪਾਉਣ ਦੀ ਹਮੇਸ਼ਾ ਹੀ ਕੋਸ਼ਿਸ਼ ਕਰਨੀ। ਇਹ ਸਭ ਜਿਹੜੇ ਪੋਲੀਟੀਕਲ ਐਨਾਲਿਸਟ ਦੇ ਤੌਰ ਤੇ ਨਹੀਂ ਹੈ, ਇਹ ਆਪਣੀ ਨਿੱਜੀ ਰੰਜਿਸ਼ ਕੱਢਣ ਲੱਗ ਜਾਂਦੇ ਆ। ਕੇਜਰੀਵਾਲ ਤੋਂ ਬਿਆਨ ਪਾਓ ਨਾ, ਕੇਜਰੀਵਾਲ ਬਿਆਨ ਪਾਓ ਕਿ ਵੈਲਕਮ ਟੂ ਦਿੱਲੀ, ਬਿਆਨ ਦਵਾਓ ਨਾ ਕਿ ਵੈਲਕਮ ਟੂ ਦਿੱਲੀ ਕਰੋ। ਤੁਸੀਂ ਬਾਹਰ ਅੰਦਰੋਂ ਖੋਰਾ ਲਾਉਂਦੇ ਰਹੇ ਹੋ, ਹੁਣ ਬਾਹਰੋਂ ਖੋਰਾ ਲਾ ਰਹੇ ਹੋ। ਤੁਸੀਂ ਸੰਘਰਸ਼ ਦੇ ਵਿੱਚ ਦੱਸੋ, ਕਿਸਾਨਾਂ ਦੇ ਫੈਸਲਿਆਂ ਬਾਰੇ ਕੋਈ ਸੁਝਾਅ ਦਿਓ। ਕਿਸਾਨ ਚਾਹੁੰਦੇ ਆ ਵੀ ਸਾਡੀ ਬਿਨਾਂ ਝੰਡੇ ਬਿਨਾਂ ਡੰਡੇ ਤੋਂ ਹੈਲਪ ਕਰੋ, ਅਸੀਂ ਕਰ ਰਹੇ ਹਾਂ ਜਿੰਨੇ ਜੋਗੇ ਅਸੀਂ ਹੈਗੇ ਆ। ਤੁਸੀਂ ਬਿਨਾਂ ਮਤਲਬ ਤੋਂ ਹੀ ਉੱਥੇ ਗੇਟ ਬਣਾ ਦਿਓ, ਤੁਸੀਂ ਆ ਜਾਓ, ਆਪਾਂ ਦੋਨੋਂ ਬਣਾ ਦਿੰਦੇ ਆ, ਅੱਧੇ ਪੈਸੇ ਤੁਸੀਂ ਪਾਇਓ ਅੱਧੇ ਮੈਂ ਪਾਉਂਗਾ। ਚਲੋ ਚਲੋ ਮੇਰੇ ਨਾਲ, ਮੈਂ ਪੂਰੇ ਪਾ ਦੂੰਗਾ ਜੀ ਜੀ ਹਰ ਜਗ੍ਹਾ ਹੀ ਆਪਾਂ ਜਾ ਕੇ ਆਪਣਾ ਪਾਰਟੀ ਪ੍ਰਚਾਰ ਕਰੀ ਜਾਂਦੇ ਹੋ। ਥੈਂਕ ਯੂ ਡਾਕਟਰ ਸੰਧੂ, ਮੈਨੂੰ ਮਜਬੂਰੀ 'ਚ ਬ੍ਰੇਕ ਲੈਣੀ ਪੈ ਰਹੀ ਹੈ, ਮੈਂ ਆ ਰਿਹਾ ਤੁਹਾਡੇ ਵੱਲ ਬ੍ਰੇਕ ਤੋਂ ਬਾਅਦ। ਹੁਣ ਲੈਣੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਇਹਨੇ ਕਿਸਾਨੀ ਦੇ ਮੁੱਦਿਆਂ ਤੇ ਆਪਾਂ ਆ ਰਹੇ ਹਾਂ ਵਾਪਸ। ਨਜ਼ਰੀਏ ਦੀ ਜਿਹੜੇ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਡਾਕਟਰ ਸੰਧੂ, ਬ੍ਰੇਕ ਤੋਂ ਪਹਿਲਾਂ ਜਿਸ ਮੁੱਦੇ ਤੇ ਗੱਲ ਕਰ ਰਹੇ ਸੀ ਕਿਸਾਨੀ ਹਮਾਇਤ ਦਾ, ਤੁਸੀਂ ਕਿਹਾ ਕਿ ਡਟ ਕੇ ਕਰ ਰਹੇ ਹੋ, ਪਰ ਜਗਤਾਰ ਸਿੰਘ ਨੇੜਾ ਜੀ ਨੇ ਇਹ ਵੀ ਕਿਹਾ ਕਿ ਕੈਪਟਨ ਅਮਰਿੰਦਰ ਤੇ ਕੇਂਦਰ ਦੇ ਵਿੱਚ ਮੋਦੀ ਸਰਕਾਰ ਹੈ, ਦੋਨੇ ਇਹਨਾਂ ਮੁੱਦਿਆਂ ਦੇ ਉੱਤੇ ਮਿਲ ਕੇ ਜਿਹੜੀ ਖੇਡ ਹੈ ਉਹ ਖੇਡ ਰਹੀਆਂ, ਕਿਉਂਕਿ ਦੋਨੇ ਧਿਰਾਂ ਕਾਰਪੋਰੇਟ ਘਰਾਣਿਆਂ ਦੀ ਮਦਦ ਤੇ ਉਤਰੀਆਂ ਹੋਈਆਂ।
ਦੇਖੋ ਜੀ, ਸੰਘੇੜਾ ਸਾਹਿਬ ਤੇ ਆਮ ਆਦਮੀ ਪਾਰਟੀ ਦਾ ਜੋ ਕੁਝ ਇਹਨਾਂ ਦਾ ਜਿੰਨਾ ਕੁ ਦਿਮਾਗ ਬਖਸ਼ਿਆ ਸੀ ਪ੍ਰਮਾਤਮਾ ਨੇ, ਉਹ ਇਹ ਵਰਤ ਚੁੱਕੇ ਆ। ਉਹ ਹੁਣ ਇਹਨਾਂ ਕੋਲੇ ਕੋਈ ਗੱਲ ਰਹੀ ਨਹੀਂ ਕਹਿਣ ਨੂੰ। ਬਸ ਐਵੇਂ ਜਿਹੜੀ ਸਰਕਾਰ ਆਉਂਦੀ ਹੈ, ਜਿਹੜਾ ਬੰਦਾ ਆਉਂਦਾ, ਕੋਈ ਪਾਰਟੀ ਦਾ ਹੋਵੇ ਜਾਂ ਨਾ ਹੋਵੇ, ਉਹਦੇ ਤੇ ਆਪਦਾ ਤਵਾ ਸ਼ੁਰੂ ਕਰ ਦਿੰਦੇ ਆ। ਇਸ ਵੇਲੇ ਇਹਨਾਂ ਨੂੰ ਇਹ ਨਹੀਂ ਰੀਅਲਾਈਜ਼ ਹੋ ਰਿਹਾ ਵੀ ਇਹ ਲੜਾਈ ਹੈ ਕਿਸ ਚੀਜ਼ ਦੀ। ਸੰਘੇੜਾ ਸਾਹਿਬ ਤਾਂ ਇੱਥੇ ਰਹੇ ਆ ਮੰਡੀ ਬੋਰਡ 'ਚ, ਸਿੱਧਾ ਡਾਇਰੈਕਟ ਕਨੈਕਸ਼ਨ ਰਿਹਾ ਕਿਸਾਨਾਂ ਦੇ ਨਾਲ, ਫਿਰ ਵੀ ਇਹੋ ਜਿਹੀਆਂ ਗੱਲਾਂ ਕਰਦੇ। ਮੈਂ ਤਾਂ ਹੈਰਾਨ। ਮੈਂ ਕਾਂਗਰਸ ਦਾ ਪ੍ਰਵਕਤਾ ਹੋ ਕੇ ਆਪਦੀ ਸਰਕਾਰ ਨੂੰ ਦੀ ਪੂਰੀ ਖਿਚਾਈ ਕਰਦਾ, ਜਿੱਥੇ ਮੈਨੂੰ ਲੱਗਦਾ ਹੈ ਬਈ ਅਸੀਂ ਖਰੇ ਉਤਰਨ ਦੇ ਵਿੱਚ ਅਸਫਲ ਰਹਿ ਰਹੇ ਹਾਂ। ਡਾਕਟਰ ਸੰਧੂ ਵਿੱਚ ਟੋਕ ਰਹੇ, ਜਿਹੜੀ ਗੱਲ ਆ ਰਹੀ ਹੈ ਉਹ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਦੋਂ ਕੇਂਦਰ ਨੇ ਆਪਣੇ ਰਵੱਈਏ 'ਚ ਕੋਈ ਤਬਦੀਲੀ ਨਹੀਂ ਕੀਤੀ, ਨਾ ਮਾਲ ਗੱਡੀਆਂ ਸ਼ੁਰੂ ਕੀਤੀਆਂ, ਸਾਰੇ ਟਰੈਕ ਵੀ ਖਾਲੀ, ਕੈਪਟਨ ਅਮਰਿੰਦਰ ਸਰਕਾਰ ਨੇ ਚਿੱਠੀਆਂ ਵੀ ਲਿਖ ਲਈਆਂ, ਜਾ ਕੇ ਪਾਰਲੀਮੈਂਟ ਮੈਂਬਰ ਵੀ ਮਿਲ ਲਏ, ਉਹ ਤੋਂ ਬਾਅਦ ਵੀ ਅੱਜ ਕੈਪਟਨ ਅਮਰਿੰਦਰ ਦੇ ਮੰਤਰੀ ਮੰਡਲ ਦੇ ਮੈਂਬਰ ਜਾ ਕੇ ਕਿਸਾਨਾਂ ਨੂੰ ਮਿਲ ਕੇ ਆਏ ਆ ਕਿ ਵੀ ਤੁਸੀਂ ਮੁਸਾਫਰ ਗੱਡੀਆਂ ਵੀ ਉਹਦੀ ਇਜਾਜ਼ਤ ਦਿਓ। ਮੁਸਾਫਰ ਗੱਡੀਆਂ ਦੀ ਇਜਾਜ਼ਤ ਦੇਣ ਨੂੰ ਤਿਆਰ ਹੈ, ਪਰ ਥੋੜੀ ਬਹੁਤੀ ਜਿਹੜੀ ਕਿ ਕੇਂਦਰ ਵੱਲੋਂ ਇਹਦੇ ਤੇ ਹਲੀਮੀ ਦਿਖਾਉਣੀ ਚਾਹੀਦੀ ਹੈ। ਮਾਲ ਗੱਡੀਆਂ ਉਹ ਕਹਿੰਦੇ ਕਿਉਂ ਨਹੀਂ ਪਹਿਲਾਂ ਚਾਲੂ ਕੀਤੀਆਂ ਜਾ ਰਹੀਆਂ। ਇਸ ਮੁੱਦੇ ਤੇ ਉਹ ਸਵਾਲ ਲੈ ਰਿਹਾ ਕਿ ਕਿਉਂ ਕੈਪਟਨ ਅਮਰਿੰਦਰ ਇਸ ਗੱਲ ਦੇ ਲਈ ਦਬਾਅ ਬਣਾ ਰਿਹਾ ਕਿ ਮੁਸਾਫਰ ਗੱਡੀਆਂ ਵੀ ਨਾਲ ਹੀ ਚਾਲੂ ਕਰੋ, ਜਦੋਂ ਕਿ ਕਿਸਾਨਾਂ ਨੇ ਤਾਂ ਟਰੈਕ ਖਾਲੀ ਕੀਤੇ ਹੋਏ ਹੈ। ਸਿੱਧੂ ਸਾਹਿਬ ਕੋਈ ਦਬਾਅ ਨਹੀਂ ਪਾ ਰਹੇ ਕੈਪਟਨ ਅਮਰਿੰਦਰ ਸਿੰਘ, ਉਹ ਸੀਐਮ ਹੈ ਪੰਜਾਬ ਦਾ। ਸਾਡੀ ਪੰਜਾਬ ਆਰਥਿਕਤਾ ਦੇ ਇਹੋ ਜਿਹੇ ਦੌਰ 'ਚੋਂ ਗੁਜ਼ਰ ਰਹੀ ਹੈ ਕਿ ਸਾਡਾ ਪਹਿਲਾਂ ਹੀ ਹਾਲ ਮਾੜਾ ਸੀ, ਉੱਤੋਂ ਕੋਵਿਡ ਆ ਗਿਆ, ਉੱਤੋਂ ਸਾਡੀਆਂ ਇੰਡਸਟਰੀ ਠੱਪ ਪਈ ਹੈ, ਕੋਲਾ ਸਾਡਾ ਮੁੱਕਿਆ ਪਿਆ, ਸਾਡੇ DAP ਨਹੀਂ ਆ ਰਹੀ, ਸਾਡੇ ਕਿਸਾਨਾਂ ਨੇ ਕਣਕ ਬੀਜਣੀ ਹੈ, ਫਸਲਾਂ ਲਾਉਣੀਆਂ, ਉਹ ਅਕਸਰ ਤਾਂ ਟਰਾਂਸਪੋਰਟੇਸ਼ਨ ਤਾਂ ਥਰੂ ਵੈਗਨਸ ਹੀ ਹੋਣੀ ਹੈ ਨਾ ਜੀ। ਤੇ ਉਹ ਐਜ਼ ਚੀਫ ਮਿਨਿਸਟਰ ਉਹਨਾਂ ਦਾ ਫਰਜ਼ ਬਣਦਾ ਹੈ ਕਿ ਆਪਦੇ ਭਰਾਵਾਂ ਨੂੰ ਜਾ ਕੇ ਉਹਨਾਂ ਦਾ ਬਿਆਨ ਸੁਣਦੇ ਆਪਦੀ ਗੱਡੀ ਦੱਬਦੇ ਆ। ਅੱਜ ਬਿਆਨ ਪੜ੍ਹੋ, ਟ੍ਰਿਬਿਊਨ 'ਚ ਲਿਖਿਆ, ਆਈ ਐਮ ਨਾਟ ਅਗੇਂਸਟ ਕਾਰਪੋਰੇਟਸ। ਇਹ ਠੀਕ ਕਹਿੰਦੇ ਆ, ਅਸੀਂ ਕਾਰਪੋਰੇਟ ਦੇ ਖਿਲਾਫ ਨਹੀਂ, ਪਰ ਅਸੀਂ ਕਿਸਾਨਾਂ ਦੇ ਨਾਲ ਹੈ, ਕਿਸਾਨਾਂ ਦੇ ਨਾਲ ਹੈ। ਕਿਸਾਨਾਂ ਨੂੰ ਬੇਨਤੀ ਕੀਤੀ ਹੈ, ਕਿਉਂ ਕੀਤੀ ਹੈ ਪੈਸੇਂਜਰ ਟ੍ਰੇਨ ਦੀ? ਕਿਉਂਕਿ ਇੱਕ ਪਾਸੇ ਕੰਧ ਨਾਲ ਪਿੱਠ ਲਾ ਕੇ ਸੈਂਟਰ ਬੈਠਾ, ਔਰ ਜਿਹੜਾ ਬਸ ਜ਼ਿੱਦ ਹੈ ਔਰ ਤੁਲਿਆ ਹੋਵੇ ਇਸ ਗੱਲ ਦੇ ਉੱਤੇ ਕਿ ਕਿਸਾਨ ਜਿਹੜੇ ਹੈ, ਖਾਸ ਕਰਕੇ ਪੰਜਾਬ ਤੇ ਹਰਿਆਣੇ ਦੇ, ਇਹਨਾਂ ਨੂੰ ਅਸੀਂ ਆਪਦਾ ਜ਼ੋਰ ਜ਼ਬਰ ਦਿਖਾਉਣਾ ਹੈ ਔਰ ਇਹਨਾਂ ਨੂੰ ਮਜਬੂਰ ਕਰਾਂਗੇ ਕਿ ਸਾਡੀਆਂ ਗੱਲਾਂ ਮੰਨੋਗੇ ਤਾਂ ਤੁਹਾਡੀ ਸੁਣਾਂਗੇ, ਜੇ ਨਹੀਂ ਮੰਨੋਗੇ ਤਾਂ ਅਸੀਂ ਨਹੀਂ ਸੁਣਾਂਗੇ। ਸੰਧੂ ਸਾਹਿਬ ਇਸ ਵਤੀਰੇ ਤੋਂ ਲੱਗਦਾ ਹੈ ਕਿ ਕੇਂਦਰ ਸਰਕਾਰ, ਮੋਦੀ ਸਰਕਾਰ ਪੰਜਾਬ ਤੇ ਕਿਸਾਨਾਂ ਨੂੰ ਸਬਕ ਸਿਖਾਉਣ ਤੇ ਤੁਲੀ ਹੋਈ ਹੈ। ਬਿਲਕੁਲ, ਇਹਦੇ 'ਚ ਕੀ ਦੋ ਰਾਏ ਹੈ? ਅਨਪੜ੍ਹ ਬੰਦਾ ਵੀ ਪੜ੍ਹ ਸਕਦਾ ਹੈ, ਅੰਨੇ ਨੂੰ ਵੀ ਦਿਸੂਗਾ ਇਹਦੇ 'ਚ ਕਿ ਕਿਉਂ ਨਹੀਂ 3 ਮਹੀਨਿਆਂ ਦੇ ਵਿੱਚ ਇੱਕ ਮੀਟਿੰਗ ਹੋਈ ਹੈ ਦੋਵਾਂ ਮੰਤਰੀਆਂ ਦੇ ਨਾਲ, ਔਰ ਦੋਵਾਂ ਮੰਤਰੀਆਂ ਦੇ ਨਾਲ ਜਿਹੜੀ ਮੀਟਿੰਗ ਹੋਈ ਹੈ, ਉਹਨੂੰ ਮੀਟਿੰਗ ਹੋਈ ਨੂੰ ਹਫ਼ਤਾ ਹੋ ਚੱਲਿਆ। ਸੈਂਟਰਲ ਸਰਕਾਰ ਵੱਲੋਂ ਕੀ ਅੱਗੇ ਵਧੂ ਕਦਮ ਚੱਕਿਆ ਗਿਆ? ਕਹਿੰਦੇ ਪੈਸੇਂਜਰ ਟ੍ਰੇਨ ਸ਼ੁਰੂ ਕਰੋ, ਨਹੀਂ ਤਾਂ ਦੂਜੀਆਂ ਵੀ ਨਹੀਂ ਚੱਲਣਗੀਆਂ। ਮੈਨੂੰ ਜਿਹੜੀ ਵੇਖੋ ਵਾਰੀ ਉਹ ਚੀਜ਼ ਰਿਪੀਟ ਕਰਨ ਦਾ ਕੋਈ ਫਾਇਦਾ ਨਹੀਂ। ਪੈਨਲਿਸਟ ਤੈਨੂੰ ਅਸੀਂ ਸਿਰਫ ਇਸ ਕਿਸਾਨਾਂ ਦੀ ਹਮਾਇਤ 'ਚ ਬੈਠੇ ਹਾਂ। ਪ੍ਰੋਫੈਸਰ ਮਨਜੀਤ ਸਿੰਘ ਨੇ ਬੜਾ ਵਧੀਆ ਦੱਸਤਾ ਹੈ ਕਿ ਕਰੋਨਾ ਵੇਲੇ ਸਭ ਕੁਝ ਬੰਦ ਸੀ, ਉਹ ਤਾਂ ਠੀਕ ਸੀ ਕਿਉਂਕਿ ਮੋਦੀ ਨੇ ਕਿਹਾ ਸੀ। ਸਰ ਉਹ ਸਵਾਲ ਤਾਂ ਆ ਗਿਆ, ਉਹ ਮੈਂ ਤਾਂ ਹੀ ਗੱਲ ਨਹੀਂ ਕਰ ਰਿਹਾ ਸਰ। ਪ੍ਰੋਫੈਸਰ ਮਨਜੀਤ ਸਿੰਘ ਨੇ ਜਿਹੜਾ ਸਵਾਲ ਲਿਆ ਸੀ, ਮੈਂ ਅੱਗੇ ਜਾਣ ਤੋਂ ਪਹਿਲਾਂ ਉਹਦਾ ਜਵਾਬ ਵੀ ਤੁਹਾਡੇ ਕੋਲੋਂ ਲੈਣਾ ਚਾਹਾਂਗਾ। ਉਹਨਾਂ ਨੇ ਕਿਹਾ ਕਿ ਜਿਹੜੀਆਂ ਪੋਲੀਟੀਕਲ ਪਾਰਟੀਆਂ ਹੈ ਉਹ ਮੀਡੀਆ 'ਚ ਬਿਆਨ ਦੇ ਕੇ ਤਾਂ ਜ਼ਰੂਰ ਜਿਹੜੀ ਹੈਗੀ ਹੈ ਇਹਨਾਂ ਦੀ ਹਮਾਇਤ ਕਰ ਰਹੀਆਂ ਹੈ। ਹੁਣ ਜਦੋਂ 26 ਤੇ 27 ਨੂੰ ਕਿਸਾਨ ਦਿੱਲੀ ਜਾ ਰਿਹਾ ਹੈ, ਦੇਖਣ ਵਾਲੀ ਗੱਲ ਹੈ ਕਿ ਜਿਹੜੀਆਂ ਪੰਜਾਬ ਦੀਆਂ ਰਾਜਸੀ ਧਿਰਾਂ ਉਹ ਕਿੰਨੀਆਂ ਕਿ ਦਿੱਲੀ ਜਾਂਦੀਆਂ, ਇਹ ਵੀ ਸਵਾਲ ਹੈ ਡਾਕਟਰ ਸੰਧੂ। ਮੈਨੂੰ ਬਾਕੀ ਰਾਜਸੀ ਧਿਰਾਂ ਦਾ ਤਾਂ ਪਤਾ ਨਹੀਂ, ਮੈਨੂੰ ਅਕਾਲੀਆਂ ਦਾ ਪਤਾ ਹੈ ਕਿ ਉਹਨਾਂ ਨੇ ਕਿਸੇ ਨਾ ਕਿਸੇ ਬਹਾਨੇ ਪਿਛਾਂਹ ਰਹਿਣਾ ਤਾਂ ਕਿ ਉਹਨਾਂ ਦੀ ਗਾਂ ਜਿਹੜੀ ਉਹ 117 ਹਲਕਿਆਂ 'ਚ BJP ਮੂਹਰੇ ਖੜਨ ਲੱਗੀ ਹੈ ਤਾਂ ਉਹਨਾਂ ਦਾ ਸਫਾਇਆ ਹੋ ਜਾਣਾ। ਉੱਧਰੋਂ BJP ਦਾ ਤੋਂ ਅਕਾਲੀਆਂ ਦਾ ਉਹ ਆਪਦਾ ਥੋੜਾ ਜਿਹਾ ਉਹ ਲੀਵੇ ਰੱਖਣ ਨੂੰ ਤਿਆਰ ਆ। ਜਿੱਥੋਂ ਤੱਕ ਆਮ ਆਦਮੀ ਪਾਰਟੀ ਦਾ ਤਲਕ ਹੈ, ਮੈਂ ਸੰਘੇੜਾ ਸਾਹਿਬ ਪਲੀਜ਼ ਗੁੱਸਾ ਨਾ ਕਰਿਓ, ਇਹ ਪਾਰਟੀ ਜਿਹੜੀ ਹੈ ਇਹ ਟੋਟਲੀ ਵਿਖਾਵਾ ਕਰ ਰਹੀ ਹੈ ਕਿਸਾਨਾਂ ਦੇ ਨਾਲ ਖੜਨ ਦਾ। ਕਿਉਂਕਿ ਜਿੱਥੇ ਜਾਣਾ ਹੈ ਨੈਸ਼ਨਲ ਕੈਪੀਟਲ 'ਚ, ਉੱਥੇ ਸਰਕਾਰ ਕਿਹਦੀ ਹੈ? ਆਮ ਆਦਮੀ ਪਾਰਟੀ ਦੀ। ਜੇ ਪ੍ਰੋਫੈਸਰ ਮਨਜੀਤ ਸਿੰਘ ਨੇ ਕਹਿਤਾ ਉੱਥੇ ਗੇਟ ਲਾਓ, ਸੰਘੇੜਾ ਸਾਹਿਬ ਨੂੰ ਬੜਾ ਤਕਲੀਫ ਹੋਈ, ਆਪਾਂ ਚੱਲਦੇ ਹਾਂ, ਦੁੱਧ ਪੈਸੇ ਲਾਉਣੇ ਆ, ਤੇ ਤੁਹਾਡਾ ਜਿਹੜਾ ਕੇਜਰੀਵਾਲ ਆ ਲੋਕਾਂ ਦੇ NRI ਦੇ ਕਰੋੜਾਂ ਅਰਬਾਂ ਰੁਪਏ ਛਕੀ ਬੈਠਾ, ਉਹ ਤੋਂ 4 ਗੇਟ ਨਹੀਂ ਬਣਦੇ। ਨਾਲੇ ਕਿਹੜੀ ਕਿਸਾਨ ਦੀ ਮਦਦ ਕਰ ਰਹੇ ਹੋ ਤੁਸੀਂ? ਦਿੱਲੀ 'ਚ ਕਿਸਾਨ ਹੈ ਨਹੀਂ, ਦਿੱਲੀ ਦਾ ਕਿਸਾਨ ਐਜੂਕੇਟ ਨਹੀਂ ਕਰ ਰਿਹਾ। ਓਕੇ ਡਾਕਟਰ ਸੰਧੂ ਗੱਲ ਆ ਗਈ ਤੁਹਾਡੀ। ਇੱਕ ਲਾਸਟ ਗੱਲ ਪਲੀਜ਼ ਜੀ।
ਜੀ ਜੋ ਫੈਸਲਾ ਅੱਜ ਲਿਆ ਗਿਆ ਹੈ ਕਿਸਾਨਾਂ ਵੱਲੋਂ, ਇਹ ਟਾਕਰੇ ਦਾ ਫੈਸਲਾ ਸੈਂਟਰ ਸਰਕਾਰ ਦੇ ਨਾਲ, ਪਰ ਇਹ ਦੋਵੇਂ ਧਿਰਾਂ ਕੰਧ ਨੂੰ ਪਿੱਠ ਲਈ ਬੈਠੀਆਂ। ਇਹਦੇ ਚੋਂ ਫੈਸਲਾ ਨਹੀਂ ਨਿਕਲਣਾ ਕੋਈ ਵੀ। ਇਹ ਮੇਰੀ ਵਰੀ ਹੈ, ਮੇਰਾ ਇਹ ਖਦਸ਼ਾ ਹੈ, ਕਿਉਂਕਿ ਕਿਤੇ ਨਾ ਕਿਤੇ ਥੋੜਾ ਜਿਹਾ ਕੰਪਰੋਮਾਈਜ਼ ਸੈਂਟਰ ਨੂੰ ਕਰਨਾ ਚਾਹੀਦਾ। ਕਿਸਾਨ ਕੋਈ ਨਜਾਇਜ਼ ਨਹੀਂ ਮੰਗ ਰਿਹਾ, ਕਿਸਾਨ ਸਿਰਫ ਆਪਦਾ ਜਾਇਜ਼ ਹੱਕ ਮੰਗ ਰਿਹਾ ਔਰ ਉਹ ਐਕਸਪਲੇਨ ਕਰ ਰਿਹਾ। ਉਲਟਾ ਸਾਨੂੰ ਕਹਿੰਦੇ ਆ ਬੀਜੇਪੀ ਵਾਲੇ, ਤੁਹਾਨੂੰ ਸਮਝ ਨਹੀਂ ਆਈ। ਕਿਸਾਨ ਤੁਹਾਡੇ ਕੋਲੇ ਬੈਠ ਕੇ ਐਕਸਪਲੇਨ ਕਰਕੇ ਆਇਆ ਕਿ ਸਾਨੂੰ ਕੀ ਘਾਟਾ ਹੈ, ਕੀ ਖਦਸ਼ਾ ਹੈ। ਤੁਸੀਂ ਕਹੀ ਜਾਂਦੇ ਨੇ ਕਿ ਤੁਹਾਨੂੰ ਸਮਝ ਨਹੀਂ ਆਈ। ਦੇਖੋ, ਕਾਂਗਰਸ ਪਾਰਟੀ ਤੇ ਕਾਂਗਰਸ ਦਾ ਵਰਕਰ ਲੁਕੋ ਕੇ ਨਹੀਂ ਜਾਊਗਾ, ਨੰਗਾ ਚਿੱਟਾ ਜਾਊਗਾ ਇਸ ਰੈਲੀ ਦੇ ਵਿੱਚ। ਥੈਂਕ ਯੂ ਵੈਰੀ ਮਚ। ਦਿੱਲੀ ਜਾ ਕੇ ਪ੍ਰੋਟੈਸਟ ਕਰਨਗੇ ਔਰ ਅੱਕ ਸੁਣ ਵਾਂਗੂ ਨਾਲ ਖੜਾਂਗੇ। ਥੈਂਕ ਯੂ ਵੈਰੀ ਮਚ, ਥੈਂਕ ਯੂ ਵੈਰੀ ਮਚ। ਇਹ ਸਾਡੇ ਵੀ ਪੈਣਗੀਆਂ ਤੇ ਉਹਨਾਂ ਦੇ ਵੀ ਪੈਣਗੀਆਂ। ਲੜਾਂਗੇ ਤੁਹਾਨੂੰ ਦਿੱਲੀ ਚ ਦੇਖਿਆ ਜਾਏਗਾ। ਇੱਕ ਸੁਣ ਜਿਹੜਾ ਹੈਗਾ ਜਗਤਾਰ ਸਿੰਘ ਜਿਹੜਾ ਜੀ, ਜਿਸ ਮੁੱਦੇ ਤੇ ਆਪਾਂ ਚਰਚਾ ਕਰ ਰਹੇ ਹਾਂ, ਕੇਂਦਰ ਦੇ ਵਤੀਰੇ ਨੂੰ ਲੈ ਕੇ ਇੱਕ ਸਵਾਲ ਤਾਂ ਬਣਦਾ ਹੀ ਬਣਦਾ ਹੈ ਕਿ ਕੇਂਦਰ ਜਿਹੜਾ ਹੈਗਾ ਪੰਜਾਬੀਆਂ ਨੂੰ, ਕਿਸਾਨਾਂ ਨੂੰ ਸਬਕ ਸਿਖਾਉਣ ਤੇ ਤੁਲਿਆ ਹੋਇਆ ਹੈ। ਔਰ ਡਾਕਟਰ ਸੰਧੂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਨੂੰ ਜਿਹੜਾ ਵਤੀਰਾ ਇਸ ਅੰਦੋਲਨ ਦੇ ਬਾਰੇ ਚ ਅਪਣਾਉਣਾ ਚਾਹੀਦਾ ਸੀ। ਦਿੱਲੀ 'ਚ ਆਪਣੀ ਸਰਕਾਰ ਹੈ, ਉਹ ਕਹਿੰਦੇ ਉਹ ਨਹੀਂ ਅਪਣਾਇਆ ਗਿਆ ਤੇ ਇਸ ਵੇਲੇ ਜਿਹੜੀ ਲੜਾਈ ਆ ਉਹ ਸਿਖਰ ਵੱਲ, ਟਕਰਾਅ ਵੱਲ ਨੂੰ ਦਿੱਲੀ ਨਾਲ ਵੱਧ ਰਹੀ ਹੈ। ਦੇਖੋ, ਇਹਦੇ ਵਿੱਚ ਜਿਹੜੀ ਕੋਈ ਦੂਜੀ ਹੈਗੀ ਕਿ ਉਹ ਕਿਸਾਨ ਅੰਦੋਲਨ ਨੂੰ ਵੀ ਕੁਚਲਣਾ ਚਾਹੁੰਦੇ ਆ ਤੇ ਨਾਲ ਪੰਜਾਬ ਨੂੰ ਆਰਥਿਕ ਤੌਰ ਤੇ ਹੋਰ ਕਮਜ਼ੋਰ ਕਰਨਾ ਚਾਹੁੰਦੇ ਆ। ਪਹਿਲਾਂ ਹੀ ਕਾਂਗਰਸ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਦੋਨਾਂ ਦੀਆਂ ਕੇਂਦਰ 'ਚ ਸਰਕਾਰਾਂ ਰਹੀਆਂ ਔਰ ਇਹਨਾਂ ਦੀਆਂ ਨੀਤੀਆਂ ਦੇ ਕਾਰਨ ਹੀ ਪੰਜਾਬ ਦੀ ਜਿਹੜੀ ਬਹੁਤਾ ਰੈਵਨਿਊ ਆ ਉਹ ਵਿਆਜ ਦੇ ਵਿੱਚ ਹੀ ਜਾਈ ਜਾਂਦਾ ਕੇਂਦਰ ਨੂੰ, ਜਾਂ ਤਨਖਾਹਾਂ 'ਚ ਖਰਚ ਹੋ ਜਾਂਦਾ। ਪੰਜਾਬ ਨੂੰ ਇਹਨਾਂ ਨੇ ਪਹਿਲਾਂ ਹੀ ਆਰਥਿਕ ਤੌਰ ਤੇ ਬਹੁਤ ਕਮਜ਼ੋਰ ਕਰਤਾ ਆ ਤੇ ਹੁਣ 10 ਸਾਲ ਭਾਜਪਾ ਦੀ ਸਰਕਾਰ ਤੋਂ ਬਾਅਦ ਕਾਂਗਰਸ ਪਾਰਟੀ ਨੇ ਦੇ ਰਾਜ 'ਚ ਕਰਜ਼ਾ ਹੋਰ ਵੱਧ ਗਿਆ। ਇਹ ਜੋ ਥੋੜਾ ਬਹੁਤ ਕੋਈ ਵੀ ਕੰਮ ਕਰਦੇ ਆ ਅਗਾਊਂ ਸਿੱਧੂ ਸਾਹਿਬ ਫਾਰਮਰਸ ਤੇ ਗੱਲ ਕਰੋ। ਫਾਰਮਰਸ ਤੇ ਸਿੱਧੂ ਸਾਹਿਬ ਮੈਨੂੰ ਕਹਿ ਰਹੇ ਸੀ ਤੁਸੀਂ ਫਾਰਮਰ ਦੀ ਗੱਲ ਕੀਤੀ ਜਦੋਂ ਕੇਜਰੀਵਾਲ ਕਰੋੜਾਂ ਰੁਪਏ ਖਾ ਗਿਆ। ਹਾਂਜੀ, 4 ਵਾਰੀ ਉਹਨਾਂ ਦੇ ਘਰ CBI ਚਲੇ ਗਈ ਆ, ਕੁਝ ਲੱਭਿਆ ਤਾਂ ਹੈ ਨਹੀਂ ਉਹਨਾਂ ਨੂੰ। ਤੁਸੀਂ ਇੱਕ ਮਹਿਲ ਹੋਰ ਪਾ ਕੇ ਮਹਿਲ ਤੋਂ ਚਲਾ ਰਹੇ ਹੋ ਹੈ, ਉਹਦੇ ਬਾਰੇ ਗੱਲ ਨਹੀਂ ਕੀਤੀ। ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਨੂੰ ਕੁਚਲਣ ਤੇ ਲੱਗੀ ਹੋਈ ਆ। ਮੈਂ ਤੁਹਾਨੂੰ ਪਹਿਲਾਂ ਦੱਸ ਰਿਹਾ ਸੀਗਾ ਵੀ ਜਿਹੜੇ ਇਹਨਾਂ ਨੇ ਮਾੜੇ ਮੋਟੇ ਕਾਂਗਰਸ ਪਾਰਟੀ ਨੇ ਦਿੱਤੇ ਵੀ ਆ ਫਾਇਦੇ, ਜੋ ਕੁਛ ਮਾੜਾ ਮੋਟਾ ਪੰਜਾਬ 'ਚ ਪੈਸਾ ਖਰਚਿਆ ਵੀ ਆ, ਉਹ ਵੀ ਗਾਉਂ ਕਰਜ਼ਾ ਲੈ ਕੇ ਇਹਨਾਂ ਨੇ ਆਰਥਿਕ ਸੰਕਟ 'ਚ, ਮੈਂ ਦੱਸ ਰਿਹਾ ਸੀ, ਦੋਵੇਂ ਪਾਰਟੀਆਂ ਨੇ ਪੰਜਾਬ ਨੂੰ ਹੋਰ ਡੋਬਿਆ ਆ। ਤੇ ਹੁਣ ਜਿਸ ਤਰ੍ਹਾਂ ਕੇਂਦਰ ਦੀ ਸਰਕਾਰ ਭਾਰਤੀ ਜਨਤਾ ਪਾਰਟੀ ਹੈ, ਕੱਲੀ ਕਿਸਾਨਾਂ ਦੇ ਮੁੱਦੇ ਤੇ ਹੀ ਨਹੀਂ, RDF ਰੋਕ ਲਿਆ, ਅੱਜ ਤੱਕ ਗੁੱਡਸ ਟ੍ਰੇਨ ਨਹੀਂ ਚਲਾ ਰਹੇ। ਕੋਈ ਵੀ ਸਾਜ਼ਗਾਰ ਮਾਹੌਲ ਕ੍ਰੀਏਟ ਕਰਨ ਲਈ ਇੱਕ ਵੀ ਕਦਮ ਭਾਰਤੀ ਜਨਤਾ ਪਾਰਟੀ ਨੇ ਨਹੀਂ ਲਿਆ। ਭਾਰਤੀ ਜਨਤਾ ਪਾਰਟੀ ਦਾ ਅਲੱਗ ਏਜੰਡਾ ਆ, ਉਹਦੇ ਕੁਚਲਣਾ ਚਾਹੁੰਦੀ ਆ ਪੰਜਾਬ ਦਾ। ਜੀ ਸਿੰਘੜਾ ਜੀ, ਮੈਂ ਅੱਗੇ ਸਵਾਲ ਲੈਣ ਤੋਂ ਪਹਿਲਾਂ ਇੱਕ ਸਵਾਲ ਜਿਹੜਾ ਮੈਂ ਡਾਕਟਰ ਸੰਧੂ ਨੂੰ ਵੀ ਕਿਹਾ ਹੈ, 26 ਤੇ 27 ਨਵੰਬਰ ਨੂੰ ਜਦੋਂ ਹਿੰਦੁਸਤਾਨ ਭਰ ਚੋਂ, ਪੰਜਾਬ ਚੋਂ ਬਹੁਤ ਵੱਡੀ ਗਿਣਤੀ 'ਚ ਹੁਮਾ ਕੇ ਕਿਸਾਨ ਜਾ ਰਹੇ ਆ। ਅਸੀਂ ਇਹ ਦਰਸ਼ਕਾਂ ਲਈ ਜਾਣਨਾ ਚਾਹੁੰਦੇ ਹਾਂ ਕਿ ਆਮ ਆਦਮੀ ਪਾਰਟੀ, ਜਿੱਦਾਂ ਆਮ ਆਦਮੀ ਪਾਰਟੀ ਆਪਣੇ ਰੈਲੀਆਂ 'ਚ, ਪ੍ਰੋਗਰਾਮਾਂ 'ਚ ਜਾਂਦੀ ਹੈ, ਉਦਾਂ ਹੀ ਜਾਏਗੀ ਜਾਂ 10 ਨੇਤਾ ਆਪਣੀ ਸ਼ਕਲ ਦਿਖਾਉਣ ਲਈ ਜਾਣਗੇ? ਮੈਂ ਸਾਰੇ ਪੈਨਲਿਸਟ ਤੋਂ ਇਹ ਸਵਾਲ ਪੁੱਛ ਰਿਹਾ, ਤੁਹਾਡੇ ਤੋਂ ਵੀ ਸ਼ਕਲ ਨਹੀਂ ਦਿਖਾਉਣੀ। ਸਿੱਧੂ ਸਾਹਿਬ, ਪਾਰਟੀ ਦਾ ਕਲੀਅਰ ਕੱਟ ਫੈਸਲਾ ਹੈ, ਸਾਰੇ ਹੀ ਹਮਾ ਕੇ ਬਿਨਾਂ ਝੰਡੇ ਤੋਂ ਇਸ 26-27 ਜਿਹੜੇ ਆ ਸੱਦਾ ਆ, ਉਹਦੇ ਵਿੱਚ ਕਿਸਾਨਾਂ ਦੇ ਸੱਦੇ ਵਿੱਚ ਕਿਸਾਨਾਂ ਦੇ ਨਾਲ ਮੋਢਾ ਜੋੜ ਕੇ ਅੱਗੇ ਤੱਕ ਜਾਣਗੇ। ਪਾਰਟੀ ਐਲਾਨ ਕਰ ਚੁੱਕੀ ਆ, ਸਾਡੇ ਕਿਸਾਨ ਵਿੰਗ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾ ਸਾਹਿਬ, ਉਹ ਵੀ ਐਲਾਨ ਕਰ ਚੁੱਕੇ ਆ, ਜਿਹਨੂੰ ਡਿਸਟੋਰਟ ਕਰਕੇ ਦੇਸ਼ ਤੇ ਜਾਏਗਾ। ਸਾਡਾ ਕਲੀਅਰ ਕੱਟ ਨੱਕ ਦੀ ਸੇਧ ਨੂੰ ਪਹਿਲੇ ਦਿਨ ਤੋਂ ਹੀ ਫੈਸਲਾ ਆ। ਇੱਕ ਆਮ ਆਦਮੀ ਪਾਰਟੀ ਆ ਜਿਹੜੀ 5 ਜੂਨ ਤੋਂ ਹੀ ਆਰਡੀਨੈਂਸ ਜਦੋਂ ਜਾਰੀ ਹੋਇਆ ਉਦੋਂ ਤੋਂ ਹੀ ਵਿਸ਼ਲੇਸ਼ਣ ਕਰਕੇ ਬਿਲਕੁਲ ਬਿਨਾਂ ਕਿਸੇ ਖੱਬੇ ਸੱਜੇ ਤੋਂ ਸਿੱਧਾ ਕਿਸਾਨਾਂ ਦੇ ਹੱਕ 'ਚ ਖੜੀ ਆ ਔਰ ਖੜੇਗੀ। ਓਕੇ, ਥੈਂਕ ਯੂ ਵੈਰੀ ਮਚ। ਪ੍ਰੋਫੈਸਰ ਮਨਜੀਤ ਸਿੰਘ ਜਿਹੜਾ ਤੁਸੀਂ ਸਵਾਲ ਖੜਾ ਕੀਤਾ ਸੀ ਕਿ ਵੱਖ-ਵੱਖ ਪਾਰਟੀਆਂ ਜਿਹੜੇ ਹੈਗੀਆਂ ਉਹਨਾਂ ਨੂੰ ਆਪਣਾ ਮੀਡੀਆ 'ਚ ਜਾਂ ਝੰਡੇ ਲੈ ਕੇ ਜਾਣ ਦੀ ਥਾਂ ਦੇ ਉੱਤੇ ਜਿਹੜਾ ਹੈਗਾ ਉੱਥੇ ਭਰਪੂਰ ਪਾਰਟਿਸਿਪੇਸ਼ਨ, ਉਹਨਾਂ ਦੀ ਤਾਕਤ ਨਜ਼ਰ ਆਉਣੀ ਚਾਹੀਦੀ ਹੈ। ਕੀ ਲੱਗਦਾ ਪੰਜਾਬ ਦੀਆਂ ਰਾਜਸੀ ਧਿਰਾਂ, ਰਾਜਸੀ ਖੇਡਾਂ ਤੋਂ ਅੱਗੇ ਜਿਹੜੀਆਂ ਹੈਗੀਆਂ ਇਹਨਾਂ ਮੁੱਦਿਆਂ ਤੇ ਕਿਸਾਨੀ ਅੰਦੋਲਨ 'ਚ ਦਿੱਲੀ ਕੁੱਦਣਗੀਆਂ ਨਾਲ ਉਹਨਾਂ ਦੇ?
ਬਿਲਕੁਲ ਇਹ ਦੇਖੋ ਦੋ ਹੀ ਤਰੀਕੇ ਹੁੰਦੇ ਆ। ਇੱਕ ਤੇ ਪਾਰਟੀਆਂ ਜਿਹੜੀਆਂ ਆਪਣੇ ਤੌਰ ਤੇ ਜਿਹੜੀ ਕਿਸਾਨੀ ਉਹਨਾਂ ਦੇ ਹੱਕ 'ਚ ਰੈਲੀਆਂ ਕਰ ਸਕਦੇ ਆ। ਟਰੈਕਟਰ ਮਾਰਚ ਕੀਤਾ ਨਹੀਂ ਆ ਕਾਂਗਰਸ ਨੇ 3 ਦਿਨ ਟਰੈਕਟਰ ਮਾਰਚ ਕੀਤਾ, ਅਕਾਲੀਆਂ ਨੇ 3 ਦਿਨ ਟਰੈਕਟਰ ਮਾਰਚ ਕੀਤਾ, ਤੇ ਹੁਣ ਦਿੱਲੀ ਕਿਹੜੀ ਛਿੱਕ ਗਈ ਸੀ? ਹੁਣ ਦਿੱਲੀ ਇਹਨਾਂ ਨੇ ਪਾਰਟੀਆਂ ਆਪਣੇ ਟਰੈਕਟਰ ਮਾਰਚ ਕਰਕੇ ਉਹਨਾਂ ਤੋਂ ਪਹਿਲਾਂ ਕਿਸਾਨਾਂ ਤੋਂ ਲਿਜਾ ਕੇ ਆਪਣਾ ਮੁਕਾਬਲੇ 'ਚ ਆ ਸਕਦੀਆਂ ਸੀ, ਪਰ ਅਫਸੋਸ ਇਹ ਆ ਕਿ ਉਹ ਇੱਕ ਮਿੰਟ ਕਿਸਾਨਾਂ ਨੇ ਕਿਹਾ ਕਿ ਅਸੀਂ ਕਿਸੇ ਪੋਲੀਟੀਕਲ ਪਾਰਟੀ ਨੂੰ ਨੇੜੇ ਨਹੀਂ ਲੱਗਣ ਦੇਵਾਂਗੇ। ਉਹਨਾਂ 'ਚ ਕੀ ਲੈਣ ਜਾਣਾ? ਉਹਨਾਂ 'ਚ ਤੇ ਚੁੱਪ ਕਰਕੇ ਜਾ ਸਕਦੇ ਆ, ਉੱਥੇ ਬੋਲਣ ਨਹੀਂ ਦੇਣਗੇ, ਇਹਨਾਂ ਨੂੰ ਆਪਣੀ ਰੈਲੀ 'ਚ ਨਹੀਂ ਬੋਲਣ ਦੇਣਗੇ। ਇਸੇ ਕਰਕੇ ਮੇਰੀ ਬੇਨਤੀ ਹੈ ਕਿ ਇਹਨਾਂ ਕੋਲ ਆਪਣੇ ਪਲੇਟਫਾਰਮ ਹੈਗੇ ਆ, ਇਹ ਜਾ ਕੇ ਜੇ ਇੱਥੇ ਪੰਜਾਬ ਦੇ ਅੰਦਰ ਰਾਹੁਲ ਗਾਂਧੀ ਆਪਣੇ ਟਰੈਕਟਰ ਘੁਮਾ ਸਕਦਾ ਆ, ਜੇ ਅਕਾਲੀ ਦਲ ਇੱਥੇ ਆਪਣੇ ਟਰੈਕਟਰ ਘੁਮਾ ਸਕਦਾ, ਚਲੋ ਆਮ ਆਦਮੀ ਪਾਰਟੀ ਨੂੰ ਮੌਕਾ ਨਹੀਂ ਲੱਗਾ ਟਰੈਕਟਰ ਘੁਮਾਉਣ ਦਾ, ਤੇ ਇਸ ਕਰਕੇ ਜੇ ਉੱਥੇ ਉਹਨਾਂ ਨਾਲੋਂ ਅਲੱਗ ਆਪਣੇ ਤੌਰ ਤੇ ਸ਼ਕਤੀ ਦੇ ਪ੍ਰਦਰਸ਼ਨ ਕਰੇ ਹੀ ਸਕਦੇ ਆ ਨਾ। ਉਹਨਾਂ ਦੇ ਵਿੱਚ ਨਾ ਵੜਨ, ਆਪਣੇ ਝੰਡੇ ਲੈ ਕੇ ਉਹਨਾਂ ਦੇ ਵਿੱਚ ਕੀ ਲੈਣ ਜਾਣਾ ਇਹਨਾਂ ਨੇ? ਇਹਨਾਂ ਕੋਲ ਆਪਣੇ ਕਿਸਾਨ ਹੈਗੇ ਆ, ਪਰ ਕੋਈ ਜੋ ਵਿਰੋਧੀ ਪਾਰਟੀਆਂ ਨੂੰ ਖਾਸ ਕਰਕੇ ਦੇਖਣਾ ਨੂੰ ਚਾਹੀਦਾ ਸੀ ਉਹ ਨਹੀਂ ਮਿਲ ਰਿਹਾ। ਹੁਣ ਸਭ ਤੋਂ ਹੈਰਾਨੀ ਦੀ ਗੱਲ ਇਹ ਹੈਗੀ ਆ ਸਿੱਧੂ ਸਾਹਿਬ ਕਿ ਬੀਜੇਪੀ ਦੋਸ਼ ਇਹ ਲਾ ਰਹੀ ਹੈ ਕਿ ਜਿੰਨੀ ਵੀ ਇੱਥੇ ਰਬਾਬ ਰੋਲਾ ਖੜਾ ਕੀਤਾ ਹੈ ਕਾਂਗਰਸ ਨੇ ਖੜਾ ਕੀਤਾ ਆ। ਆਮ ਆਦਮੀ ਪਾਰਟੀ ਦੋਸ਼ ਇਹ ਲਾ ਰਹੀ ਹੈ ਕਿ ਕਾਂਗਰਸ ਜਿਹੜੀ ਹੈ ਬੀਜੇਪੀ ਨਾਲ ਰਲੀ ਹੋਈ ਹੈ। ਲੋਕੀ ਕੀ ਮੈਸੇਜ ਲੈਣਗੇ? ਲੋਕੀ ਕੀ ਸਮਝਣਗੇ ਹੋ ਕੀ ਰਿਹਾ ਇੱਥੇ? ਬੜੀ ਹੈਰਾਨੀ ਦੀ ਗੱਲ ਹੈ। ਅਸੀਂ ਤੇ ਇੱਕੋ ਹੀ ਚੀਜ਼ ਸਮਝਦੇ ਹਾਂ ਕਿ ਕਿਹੜੀ ਪਾਰਟੀ ਸਿੱਧੇ ਤੌਰ ਤੇ ਆ ਕੇ ਉਹਨਾਂ ਦੀ ਕਿਵੇਂ ਨੰਗੀ ਆ ਕੇ ਜਿਹੜੀ ਆ ਉਹ ਇੱਥੇ ਮਦਦ ਕਰ ਰਹੀ ਆ, ਭਾਵੇਂ ਉਹ ਕਿਸੇ ਵੀ ਤਰੀਕੇ ਨਾਲ ਕਰੇ, ਉਹੋ ਹੀ ਲੋਕਾਂ ਦੇ ਵਿੱਚ ਜਾਊਗਾ ਮੈਸੇਜ। ਹੁਣ ਜਿਹੜੀ ਅੱਜ ਤੁਹਾਡੇ ਮਿਨਿਸਟਰ ਸਾਹਿਬਾਨ ਆਏ ਆ ਉਹ ਦਿੱਲੀ ਦੇ ਦਬਾਅ ਥੱਲੇ ਆਏ ਆ। ਮੇਰਾ ਖਿਆਲ ਉਹਦੇ ਕੋਈ ਆਉਣ ਦੀ ਲੋੜ ਨਹੀਂ ਸੀਗੀ ਕਿ ਗੱਡੀਆਂ ਤੁਸੀਂ ਪੈਸੇਂਜਰ ਗੱਡੀਆਂ ਵੀ ਚਾਲੂ ਕਰ ਦਿਓ। ਉਹ ਦੇਖੋ ਇਹਨਾਂ ਡਾਕਟਰ ਸਾਹਿਬ ਮੈਂ ਇਸ ਕਰਕੇ ਕਹਿ ਰਿਹਾ ਆ ਕਿ ਕਿਸਾਨ ਨੂੰ ਥੱਲੇ ਕਚਲਾਉਣ ਵਾਲੀ ਗੱਲ ਇਹ ਹੈਗੀ ਹੈ। ਕਿਸਾਨਾਂ ਨੇ ਜਦ ਕਹਿਤਾ ਕਿ ਗੱਡੀਆਂ ਤੁਸੀਂ ਲੈ ਆਓ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜਿਨ ਗੱਡੀਆਂ ਤੁਹਾਡੀਆਂ ਮਾਲ ਗੱਡੀਆਂ ਆ ਜਾਣਗੀਆਂ ਉਸੇ ਦਿਨ ਅਸੀਂ ਮੀਟਿੰਗ ਕਰਕੇ ਅਸੀਂ ਦੂਜੀਆਂ ਗੱਡੀਆਂ ਖੋਲਣ ਬਾਰੇ ਵੀ ਰਿਵਿਊ ਕਰ ਦਿਆਂਗੇ, ਪਰ ਤੁਸੀਂ ਸਾਨੂੰ ਥੱਲੇ ਨਾ ਕਰੋ। ਪੀਯੂਸ਼ ਗੋਇਲ ਉੱਥੇ ਉਹਨਾਂ ਪ੍ਰੋਫੈਸਰ ਮਨਜੀਤ ਸਿੰਘ ਜੀ ਮੀਟਿੰਗ ਦੇ ਵਿੱਚ ਆਕੜੇ ਕਰਦਾ ਸੀਗਾ। ਬਿਲਕੁਲ ਠੀਕ ਹੈ। ਮੁੱਦੇ ਤੇ ਮੈਂ ਸਵਾਲ ਇਸ ਮੁੱਦੇ ਤੇ ਸਵਾਲ ਹਾਂਜੀ ਲਿਖਤੀ ਪੱਤਰ ਭੇਜਤਾ ਕੈਪਟਨ ਅਮਰਿੰਦਰ ਨੇ ਜਾ ਕੇ, ਜਿਹੜਾ ਕਿਸਾਨ ਜਥੇਬੰਦੀਆਂ ਨੇ ਵੀ ਕਹਿਤਾ ਰੇਲ ਟਰੈਕ ਖਾਲੀ ਹੈ। ਹੁਣ ਕੇਂਦਰ ਦੇ ਕਿਉਂ ਡੰਡ ਬੈਠਕਾਂ ਲਾਉਣੀਆਂ ਚਾਹੁੰਦਾ ਕੈਪਟਨ ਅਮਰਿੰਦਰ ਦੀ ਸਰਕਾਰ ਤੋਂ ਵੀ ਤੇ ਕਿਸਾਨਾਂ ਤੋਂ ਵੀ? ਇਸ ਕਰਕੇ ਜਿਹੜੀ ਇਹ ਐਕਸਰਸਾਈਜ਼ ਹੈ ਇਹਦਾ ਕੋਈ ਫਾਇਦਾ ਨਹੀਂ ਕਿ ਆਪਾਂ ਕਿਸਾਨਾਂ ਨੂੰ ਜਾ ਕੇ ਕਹੀਏ ਕਿ ਤੁਸੀਂ ਜਿਹੜੀਆਂ ਟ੍ਰੇਨਾਂ ਚੱਲਣ ਦਿਓ। ਟ੍ਰੇਨਾਂ ਤਾਂ ਕੇਂਦਰ ਨਹੀਂ ਚੱਲਣ ਦੇ ਰਿਹਾ, ਕਿਸਾਨ ਥੋੜੀ ਰੋਕ ਰਹੇ। ਬਿਲਕੁਲ ਇਸੇ ਕਰਕੇ ਮੈਨੂੰ ਕਈ ਲੱਗਦਾ ਸੀਗਾ ਕਿ ਇੱਥੇ ਕੋਈ ਜਾਣ ਦੀ ਲੋੜ ਨਹੀਂ ਸੀ। ਇਹ ਕਿਸਾਨਾਂ ਦੇ ਉੱਤੇ ਵਾਧੂ ਨਜਾਇਜ਼ ਦਬਾਅ ਪੈਂਦਾ। ਇਹ ਵੈਸੇ ਮੈਸੇਜ ਭੇਜਿਆ ਕਿ ਦੇਖੋ ਜੀ ਅਸੀਂ ਤੇ ਕੋਸ਼ਿਸ਼ ਕਰ ਰਹੇ ਹਾਂ ਜਿਵੇਂ ਇੱਕ ਸਰਕਾਰ, ਪਰ ਮੇਰਾ ਖਿਆਲ ਹੈ ਕਿ ਇਹ ਜਾਇਜ਼ ਨਹੀਂ ਸੀਗਾ। ਜਿੱਦਣ ਇਹ ਮੀਟਿੰਗ ਹੋਈ ਹੈ ਕਿਸਾਨ ਉਹਨਾਂ ਨੂੰ ਇਹੋ ਜਿਹਾ ਪੜ੍ਹਨੇ ਪਾ ਕੇ ਆਏ, ਉਹਨਾਂ ਨੇ ਮੈਨੂੰ ਸਾਰੀ ਰਿਪੋਰਟਿੰਗ ਕੀਤੀ ਦਿੱਲੀ ਵਾਲੀ ਮੀਟਿੰਗ ਦੇ ਵਿੱਚ। ਇਹਨਾਂ ਦੇ ਮੂੰਹ ਚੋਂ ਕੋਈ ਇੱਕ ਵੀ ਗੱਲ ਦਾ ਜਵਾਬ ਨਹੀਂ ਸੀ। 7 ਘੰਟੇ ਉਹਨਾਂ ਦੇ ਰਗੜੇ ਕੱਢੇ ਆ। ਹੁਣ ਇਹ ਜਾ ਕੇ ਮੈਂ ਨਾ ਮਾਨੂੰ ਵਾਲੀ ਗੱਲ। ਔਰ ਪੀਯੂਸ਼ ਗੋਇਲ ਨੇ ਡਟ ਕੇ ਉਸ ਮੀਟਿੰਗ ਦੇ ਵਿੱਚ ਕਿਹਾ ਸੀ ਕਿਸਾਨਾਂ ਨੂੰ ਕਿ ਦੇਖੋ ਜੇ ਤੁਸੀਂ ਪੈਸੇਂਜਰ ਟ੍ਰੇਨ ਨਹੀਂ ਚੱਲਣ ਦੇਣੀਆਂ ਅਸੀਂ ਨਹੀਂ ਚੱਲਣ ਦਿਆਂਗੇ, ਤੇ ਕਿਸਾਨ ਉੱਥੋਂ ਮੈਸੇਜ ਲੈ ਕੇ ਆਇਆ ਚੰਗਾ ਫਿਰ ਤੂੰ ਕਰ ਜਿਵੇਂ ਕਰਦਾ। ਇੱਥੇ ਇਸ ਕਰਕੇ ਜਿਹੜੀ ਤਣੀ ਹੋਈ ਹੈ ਉਹ ਇਹ ਗੱਲ ਤੇ ਹੈ ਕਿ ਉਹ ਜਿੱਦ ਕਰਕੇ ਬੈਠ ਗਏ ਕਿ ਅਸੀਂ ਪੰਜਾਬ ਨੂੰ ਭੁੱਖਾ ਪੰਜਾਬ ਦੀ ਆਰਥਿਕ ਨਾਕਾਬੰਦੀ। ਪ੍ਰੋਫੈਸਰ ਮਨਜੀਤ ਸਿੰਘ ਜੀ ਅੱਜ ਚੰਡੀਗੜ੍ਹ ਕਿਸਾਨਾਂ ਨੇ ਮੀਟਿੰਗ ਕਰਕੇ ਚੰਡੀਗੜ੍ਹ ਨੇ ਵੀ ਤਾਂ ਦਿੱਲੀ ਨੂੰ ਮੈਸੇਜ ਦਿੱਤਾ ਹੈ ਕਿ ਐਦਾਂ ਤੇਰੀ ਬਾਹ ਮਰੋੜੀ ਤੋਂ ਅਸੀਂ ਗੋਡੇ ਨਹੀਂ ਟੇਕਣ ਲੱਗੇ। ਬਿਲਕੁਲ ਹੋ ਗਿਆ, ਇਹ ਤੇ ਟਣ ਗਈ ਹੈ। ਕੱਲ ਨੂੰ ਇੱਕ ਸਾਰੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਆਲ ਇੰਡੀਆ ਦੀਆਂ, ਕੱਲਾ ਜੋਗਿੰਦਰ ਜਾਦਵ ਤੇ VM ਸਿੰਘ ਵਾਲੀ ਨਹੀਂ ਜਿਹੜੀ ਉਹ ਉਹਨਾਂ ਦੀ ਹੈਗੀ ਆਪਣੀ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਨਹੀਂ, ਹੋਰ ਜਥੇਬੰਦੀਆਂ ਵੀ ਆ ਕੇ ਮੀਟਿੰਗ ਹੋ ਰਹੀਆਂ। ਤੁਸੀਂ ਦੇਖਿਓ ਹੱਲਾ ਬੋਲ ਕਿਵੇਂ ਹੁੰਦਾ ਆ 26 ਜੁਲਾਈ ਨੂੰ। ਇਹ ਦਿੱਲੀ ਛੱਡ ਕੇ ਨਾ ਭੱਜ ਕੇ ਕਿਸੇ ਹੋਰ ਪਾਸੇ ਜਾਣਗੇ। ਜਿਹੜੇ ਲੋਕਾਂ ਨੂੰ ਪਾਕਿਸਤਾਨ ਭੇਜਦੇ ਆ ਨਾ, ਇਹਨਾਂ ਨੂੰ ਦੱਸਿਓ ਹੁਣ ਇਹ ਕਿੱਧਰ ਨੂੰ ਜਾਣਗੇ। ਜੀ ਥੈਂਕ ਯੂ ਵੈਰੀ ਮਚ। ਨਾਰਥ ਈਸਟ ਵੱਲ ਨੂੰ ਜਾਣਗੇ ਦਿੱਲੀ ਵਾਲੇ, ਇਹ ਦੱਸਣ, ਕਿਉਂਕਿ ਇੰਨਾ ਤੰਗ ਕਰ ਦਿੱਤਾ ਪੰਜਾਬ ਦੇ ਕਿਸਾਨਾਂ ਨੂੰ। ਇੰਨਾ ਚਿਰ ਬਾਹਰ ਭੁੱਖੇ ਮਰ ਧਿਆਏ ਬੈਠੇ ਹੋਇਆ ਔਰ ਠੰਡ ਦੇ ਵਿੱਚ ਰਜਾਈਆਂ ਲੈ ਕੇ ਬੈਠੇ ਹੋਇਆ। ਕੋਈ ਕਿਸੇ ਕਿਸਮ ਦੀ ਸ਼ਰਮ ਨਹੀਂ। ਇਹ ਲੋਕਤੰਤਰ ਆ ਕਿ ਇੱਥੇ ਡਿਕਟੇਟਰਸ਼ਿਪ ਹੈਗੀ ਆ। ਜੀ ਡਾਕਟਰ ਸੰਧੂ ਪਲੀਜ਼ ਮੈਂ ਮੁੱਦੇ ਤੇ ਜਿਹੜਾ ਹੈਗਾ ਸਵਾਲ ਲੈਣਾ ਚਾਹਾਂਗਾ। ਜਿਹੜੀ ਗੱਲ ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਨੇ ਵੀ ਕਹੀ ਹੈ ਕਿ ਜਿਸ ਮਾਮਲੇ ਦੀ ਕੇਂਦਰ ਬਾਹ ਮਰੋੜਨੀ ਚਾਹੁੰਦਾ, ਜਿਸ ਤਰ੍ਹਾਂ ਲੈ ਕੇ ਕੈਪਟਨ ਅਮਰਿੰਦਰ ਦੀ ਤੇ ਕਿਸਾਨਾਂ ਦੀ ਸਰਕਾਰ, ਚੰਡੀਗੜ੍ਹ ਨੇ ਇੱਕ ਬਹੁਤ ਤਕੜਾ ਮੈਸੇਜ ਦਿੱਤਾ ਹੈ ਕਿ ਇਦਾਂ ਪੰਜਾਬ ਜਾਂ ਕਿਸਾਨ ਝੁਕਣਗੇ ਨਹੀਂ ਕੇਂਦਰ ਦੀ ਨੀਤੀ ਦੇ ਅੱਗੇ। ਜਗਤਾਰ ਜੀ, ਸਿੱਧੂ ਸਾਹਿਬ
ਦਿਓ 20-25 ਸੈਕਿੰਡ ਦੇ ਦਿਓ ਸਾਨੂੰ ਵੀ। ਪਲੀਜ਼, ਮੋਸਟ ਵੈਲਕਮ, ਮੋਸਟ ਵੈਲਕਮ। ਦੇਖੋ, ਮੈਂ ਪ੍ਰੋਫੈਸਰ ਮਨਜੀਤ ਸਿੰਘ ਦੀ ਗੱਲ ਨਾਲ ਬਿਲਕੁਲ 100% ਸਹਿਮਤ ਹਾਂ, ਇਹਦੇ 'ਚ ਕੋਈ ਦੋ ਰਾਏ ਨਹੀਂ। ਕਿਸੇ ਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਸੀ, ਕੁਝ ਵੀ ਕਰਨ ਦੀ ਲੋੜ ਨਹੀਂ ਸੀ, ਸਿਰਫ ਕਿਸਾਨਾਂ ਨਾਲ ਖੜਨ ਦੀ ਲੋੜ ਸੀ। ਜਿਵੇਂ ਕਹਿ ਰਹੇ ਵੀ ਆਪਦੀਆਂ ਪਾਰਟੀਆਂ ਦੇ ਝੰਡੇ ਥੱਲੇ ਜੇ ਕਰ ਵੀ ਲੈਂਦੇ ਤਾਂ ਉਹਦੇ ਨਾਲ ਇਹ ਸਾਰੀ ਵੋਟ ਬੈਂਕ ਸਿਆਸਤ ਕਰਦੇ ਆ, ਸਾਰੀਆਂ ਪਾਰਟੀਆਂ, ਸਾਰੀਆਂ ਕਹਿ ਰਿਹਾ ਮੈਂ। ਲੇਕਿਨ ਇੱਕ ਚੀਜ਼ ਬੜੀ ਕਲੀਅਰ ਹੈ ਕਿ ਪੰਜਾਬ ਸਰਕਾਰ ਦਾ ਮੁਖੀਆ ਹੋਣ ਦੇ ਨਾਤੇ ਕੈਪਟਨ ਅਮਰਿੰਦਰ ਸਿੰਘ ਤੋਂ ਜੋ ਵਾਹ ਲੱਗ ਸਕਦੀ ਸੀ ਉਹ ਲਾਈ ਗਈ ਹੈ, ਤੇ ਸੈਂਟਰ ਹੈਗੀ ਹੈ ਮੈਨਾ ਮਾਨੂ ਵਾਲੀ ਮਾਨਸਿਕਤਾ ਦੇ ਵਿੱਚ। ਤੇ ਉਹਨਾਂ ਨੂੰ 2-3 ਮਿਨਿਸਟਰ ਭੇਜ ਕੇ ਇਹ ਰਿਕੁਐਸਟ ਕਰਨੀ, ਦਬਾਅ ਨਹੀਂ ਪਾਇਆ, ਰਿਕੁਐਸਟ ਕੀਤੀ ਹੈ ਵੀ ਜੇ ਉਹ ਨਹੀਂ ਮੰਨਦੇ ਸੈਂਟਰ ਵਾਲੇ ਤੇ ਆਪਾਂ ਇੱਥੋਂ ਇੱਕ ਵਾਰੀ ਕਹਿ ਦਈਏ ਵੀ ਚੰਗਾ ਚਲਾ ਲਓ ਤੁਸੀਂ ਪੈਸੇਂਜਰ ਗੱਡੀਆਂ, ਕਮ ਸੇ ਕਮ ਆਪਣਾ ਅਗਾਂਹ 6 ਮਹੀਨਿਆਂ ਦੀ ਲੜਾਈ ਵਾਸਤੇ ਸਮਾਨਤਾ ਜੇ ਆਪਣੇ ਕੋਲੇ, ਆਪਾਂ ਕਿਹੜਾ ਲੜਾਈ ਬੰਦ ਕਰਨ ਲੱਗੇ ਆ। ਜੇ ਇਹ ਸਾਡੇ ਨਾਲ ਸ਼ਰਾਰਤਾਂ ਕਰਦੇ, ਸ਼ਰਾਰਤ ਅਸੀਂ ਵੀ ਕਰ ਸਕਦੇ ਆ। ਕੇਰਾ ਚੱਲਣ ਦਿਓ 2-4 ਮਹੀਨੇ ਫਿਰ ਦੱਬ ਲਾਂਗੇ। ਗੱਲ ਤਾਂ ਇਹ ਆ ਵੀ ਇਹ ਲੜਾਈ ਆਰ ਪਾਰ ਦੀ ਹੈ, ਇਹਦੇ 'ਚ ਹਰ ਹੱਥ ਕੰਡਾ ਵਰਤਣਾ ਪੈਣਾ ਔਰ ਵਰਤਿਆ ਜਾਣਾ ਚਾਹੀਦਾ, ਔਰ ਇਹਦੇ 'ਚ ਕੋਈ ਪਾਰਟੀ ਨਹੀਂ। ਔਰ ਵਾਰੀ-ਵਾਰੀ ਮੈਂ ਸਿਰਫ ਇਸ ਗੱਲ ਤੇ ਕਹਿ ਰਿਹਾ, ਮੈਂ ਕਿਸੇ ਦੀ ਆਲੋਚਨਾ ਨਹੀਂ ਕਰਦਾ, ਪਰ ਮੈਂ ਇੱਕ ਗੱਲ ਵਾਰੀ-ਵਾਰੀ ਕਹਿ ਰਿਹਾ, ਫੇਰ ਕਹਿਣਾ, ਚਾਹੇ ਕਿਸੇ ਨੂੰ ਕੋਈ ਤਕਲੀਫ ਹੋਵੇ, ਕਿ ਦਿੱਲੀ ਦੇ ਵਿੱਚ ਬੈਠੀ ਸਰਕਾਰ ਜਿਹੜੀ ਹੈ, ਸਾਨੂੰ ਤਾਂ ਕਹਿ ਦਿੰਦੇ ਆਪ ਵਾਲੇ ਵੀ ਬੀਜੇਪੀ ਨਾਲ ਰਲੇ ਆ, ਤੁਸੀਂ ਉਹਦੇ ਨੱਕ ਥੱਲੇ ਬੈਠੇ ਕੁਝ ਨਹੀਂ ਕਰ ਰਹੇ, ਰਲੇ ਤੁਸੀਂ ਆ ਕਿ ਅਸੀਂ ਆ। ਦੂਜੀ ਗੱਲ, ਜੇ ਕੱਲ ਨੂੰ ਦਫਾ 144 ਲੱਗੂਗੀ ਤੇ ਸਰਕਾਰ ਦਿੱਲੀ ਦੀ ਲਾਊਗੀ, ਸੈਂਟਰਲ ਗਵਰਨਮੈਂਟ ਨਹੀਂ ਲਾ ਸਕਦੀ। ਯੂਟੀ ਹੈ, ਉੱਥੇ ਸਰਕਾਰ ਹੈ ਇਲੈਕਟਡ, ਤੇ ਜੇ ਉਹ ਨਹੀਂ ਲਾਉਂਦੇ ਤੇ ਕਿਸਾਨਾਂ ਨੂੰ ਬਾਰਡਰ ਤੇ ਅੱਗੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਮੀਟਿੰਗ ਤੋਂ ਹੀ ਰੋਕਤਾ ਸੀਗਾ, ਪੁਲਿਸ ਖੜੀ ਕਰਤੀ ਸੀ ਉੱਥੇ, ਉਹ ਲੜਕੇ ਗਏ ਆ ਵੀ ਅਸੀਂ ਜਾਣਾ ਆ। ਇਸੇ ਤਰ੍ਹਾਂ ਕਿਸਾਨਾਂ ਨੂੰ ਰੋਕਿਆ ਜਾਊਗਾ ਔਰ ਕਿਸਾਨ ਜਾਣਗੇ, ਚਾਹੇ ਜੀ ਚਲੋ ਕੱਲਾ ਵਰਕਰ ਜਾਊਗਾ ਕਾਂਗਰਸ ਦਾ ਨਾਲ। ਔਰ ਇਹ ਨਹੀਂ ਹੈ ਕਿ ਅਸੀਂ ਪਹਿਲੇ ਦਿਨ ਤੋਂ ਸਿੱਧੀ ਲਕੀਰ ਵਿੰਗੀ ਲਕੀਰ, ਇੱਥੇ ਆਪਸ਼ਨ ਹੀ ਕੋਈ ਨਹੀਂ। ਪਾਰਟੀਆਂ ਐਗਜ਼ਿਸਟ ਨਹੀਂ ਕਰਦੀਆਂ ਇਸ ਵੇਲੇ ਪੰਜਾਬ, ਪੰਜਾਬੀਅਤ, ਪੰਜਾਬ ਦਾ ਫਾਰਮਰ, ਪੰਜਾਬ ਦਾ ਗਰੀਬ, ਪੰਜਾਬ ਦਾ ਟਰੇਡਰ, ਪੰਜਾਬ ਦਾ ਇੰਡਸਟਰੀਅਲਿਸਟ, ਉਹਦੀ ਜਾਨ ਹਥੇਲੀ 'ਚ ਆਈ ਪਈ ਹੈ, ਉਹ ਭੁੱਖਾ ਮਰਨ ਦੇ ਕੰਢੇ ਤੇ ਖੜਾ ਜੀ। ਸੰਧੂ ਸਾਹਿਬ ਥੈਂਕ ਯੂ ਵੈਰੀ ਮਚ, ਤੁਹਾਡੀ ਗੱਲ ਆ ਗਈ। ਜਗਤਾਰ ਸਿੰਘੜਾ ਜੀ, ਜਿਸ ਮੁੱਦੇ ਤੇ ਆਪਾਂ ਚਰਚਾ ਕਰ ਰਹੇ ਹਾਂ, ਜਿਹਦੇ ਉੱਤੇ ਡਾਕਟਰ ਸੰਧੂ ਨੇ ਫੇਰ ਇਹ ਸਵਾਲ ਕੀਤਾ ਕਿ ਦਿੱਲੀ 'ਚ ਆਪਦੀ ਸਰਕਾਰ ਹੈ, ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉੱਥੇ ਉਦਾਂ ਦਾ ਮਾਹੌਲ ਬਣਾਇਆ ਜਾਂਦਾ ਕਿਸਾਨਾਂ ਦੀ ਆਮਦ ਦੇ ਮੱਦੇਨਜ਼ਰ। ਸਿੱਧੂ ਸਾਹਿਬ, ਤੁਸੀਂ ਨਾ ਬੀਜੇਪੀ ਵਾਲਿਆਂ ਨੂੰ ਜ਼ਰੂਰ ਬੁਲਾਇਆ ਕਰੋ ਜੀ, ਜਾਂ ਫਿਰ ਜਿਹੜੇ ਇੱਥੇ ਹੁਣ ਤਿੰਨੇ ਬੰਦੇ ਜਾਂ ਆਮ ਆਦਮੀ ਪਾਰਟੀ ਦੇ ਨੇ ਜਾਂ ਸਾਬਕਾ ਆਮ ਆਦਮੀ ਪਾਰਟੀ ਦੇ ਨੇ, ਉਹ ਆਪਣੀਆਂ ਖੁੰਦਕਾਂ ਦੇ ਮਗਰ ਪੈ ਜਾਂਦੇ ਆ। ਮੈਨੂੰ ਗਾਲਾਂ ਤੱਕ ਕੱਢੀਆਂ ਸੰਧੂ ਸਾਹਿਬ ਨੇ। ਉਹ ਹੁਣ ਖੋਖਲੀ ਦੀ ਸਰਕਾਰ ਤੱਕ ਉਹਨਾਂ ਕੋਲ ਕਾਰਪੋਰੇਸ਼ਨ ਦੇ ਬਰਾਬਰ ਹੈ ਜੀ, ਫੇਰ ਵੀ ਉਹ ਇੰਨਾ ਕੰਮ ਕਰੀ ਜਾ ਰਿਹਾ, ਹਰ ਪਾਸਿਓਂ ਹਮਾਇਤ ਕਰ ਰਹੇ ਆ। ਔਰ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਦਿੱਲੀ ਵੱਲੋਂ ਹੀ ਹਦਾਇਤਾਂ ਅਨੁਸਾਰ ਅਸੀਂ ਕੰਮ ਕਰ ਰਹੇ ਹਾਂ। ਇਹ ਹਰ ਇੱਕ ਗੱਲ ਨੂੰ ਏਦਾਂ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਆ, ਦਿੱਲੀ ਦੇ ਨਾਮ ਨੂੰ ਮਿਸਯੂਜ਼ ਕਰ ਰਹੇ ਆ। ਦਿੱਲੀ ਸਰਕਾਰ ਦਾ ਮਤਲਬ ਕੇਂਦਰ ਸਰਕਾਰ ਹੈ ਸੰਧੂ ਸਾਹਿਬ। ਪ੍ਰੋਫੈਸਰ ਮਨਜੀਤ ਸਿੰਘ ਹੁਣੀ ਕਹਿੰਦੇ ਆ ਵੀ ਕੰਮ ਕਰੋ, ਉਹਦੀ ਨਿਖੇਧੀ ਕਰਦੇ ਆ ਵੀ ਜਿੱਦਾਂ ਕਿਸਾਨਾਂ ਦੇ ਪੈਰਲਲ ਪ੍ਰੋਗਰਾਮ ਸ਼੍ਰੋਮਣੀ ਅਕਾਲੀ ਦਲ ਨੇ ਦਿੱਤਾ ਪਹਿਲਾਂ ਟਰੈਕਟਰ ਮਾਰਚ ਦਾ, ਉੱਥੋਂ ਦਿੱਲੀ ਤੋਂ ਆ ਕੇ ਰਾਹੁਲ ਗਾਂਧੀ ਗੱਦੀਆਂ ਰੱਖ ਕੇ ਟਰੈਕਟਰ ਦੇ ਉੱਪਰ ਬੈਠ ਗਏ ਹਾਂਜੀ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਵੀ ਇਦਾਂ ਹੀ ਪ੍ਰੋਗਰਾਮ ਪੈਰਲਲ ਦਿੱਤਾ। ਅਸੀਂ ਤਾਂ ਪੈਰਲਲ ਪ੍ਰੋਗਰਾਮ ਕੋਈ ਦੇ ਹੀ ਨਹੀਂ ਰਹੇ, ਕਿਸਾਨਾਂ ਦੇ ਸ਼ਾਮਲ ਹੋ ਰਹੇ ਆ। ਤੁਹਾਡੀ ਗੱਲ ਆ ਗਈ, ਸਾਡੇ ਕੋਈ ਲੀਗਲ ਐਡਵਾਈਜ਼ਰ ਨਹੀਂ ਹੈਗੇ ਪ੍ਰੋਫੈਸਰ ਮਨਜੀਤ ਸਿੰਘ ਹੁਣੀ। ਅਸੀਂ ਆਪਣੀ ਪਾਰਟੀ ਨੇ, ਅਸੀਂ ਆਪ ਆਪਣੇ ਹਿਸਾਬ ਨਾਲ ਫੈਸਲਾ ਲੈਣਾ ਕਿ ਕਿੱਦਾਂ ਕਿਸਾਨ ਅੰਦੋਲਨ ਨੂੰ ਲੱਗਿਆ ਜਾ ਸਕਦਾ। ਵੱਖ-ਵੱਖ ਤਰੀਕੇ ਆ। ਜਗਤਾਰ ਜੀ, ਕੰਮ ਦੀ ਗੱਲ ਸੁਣੋ ਯਾਰ, ਇਹ ਕਰ ਰਹੇ ਆ, ਦਿੱਲੀ ਰੈਲੀ ਕਰ ਚੁੱਕੇ ਆ, ਅਸੀਂ ਆਪਣੇ ਹਿਸਾਬ ਨਾਲ। ਸਿੰਘੜਾ ਜੀ ਆ ਗਿਆ ਵਿਊਪਨ ਤੁਹਾਡਾ। ਸਿੰਘੜਾ ਜੀ, ਮੈਂ ਇੱਕ ਸਵਾਲ ਲੈਣ ਲੱਗਿਆ, ਸੰਖੇਪ ਦੇ ਵਿੱਚ ਸਮਾਂ ਵੀ ਨਹੀਂ। ਸਵਾਲ ਇਹ ਹੈ ਕਿ ਅੱਜ ਦੀ ਮੀਟਿੰਗ ਜੀ ਕਿਸਾਨਾਂ 'ਚ ਚਰਚਾ ਹੋਈ ਹੈ, ਜੇ ਕੇਂਦਰ ਵੱਲੋਂ ਦੁਬਾਰਾ ਗੱਲਬਾਤ ਦਾ ਸੱਦਾ ਆਉਂਦਾ ਹੈ, ਉਹਨਾਂ ਨੇ ਕਿਹਾ ਕਿ ਮੌਕੇ ਮੁਤਾਬਕ ਦੇਖਿਆ ਜਾਏਗਾ ਪਰ ਗੱਲਬਾਤ ਦੇ ਸੱਦੇ ਨੂੰ ਠੁਕਰਾਇਆ ਨਹੀਂ ਜਾਏਗਾ। ਕੀ ਲੱਗਦਾ ਜੇ ਕੇਂਦਰ ਗੱਲਬਾਤ ਦਾ ਸੱਦਾ ਦਿੰਦਾ ਹੈ ਤਾਂ ਉਹਨੂੰ ਕਿਸੇ ਠੋਸ ਧਰਾਤਲ ਦੇ ਉੱਤੇ ਦੇਣਾ ਚਾਹੀਦਾ ਹੈ। ਕਿਸਾਨਾਂ ਨੂੰ ਇਦਾਂ ਹੀ ਬੁਲਾ ਕੇ ਜਿਹੜਾ ਉੱਥੇ ਮੀਟਿੰਗ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ। ਬਿਲਕੁਲ ਸੰਖੇਪ 'ਚ ਮੈਂ ਜਵਾਬ ਜਿਹੜਾ ਹੈਗਾ ਜਗਤਾਰ ਜੀ, ਜੇ ਗੱਲਬਾਤ ਦਾ ਸੱਦਾ ਆਉਂਦਾ। ਦੇਖੋ, ਜੇ ਇਹਦੇ ਬਾਰੇ 'ਚ ਹੁਣ ਮਤਲਬ ਮੈਨੂੰ ਨਹੀਂ ਪਤਾ ਇਸ ਗੱਲ ਦਾ ਕਿਸ ਤਰ੍ਹਾਂ ਆ, ਕਿਉਂਕਿ ਕਿਹਾ ਜਾ ਰਿਹਾ ਕਿ
ਕਿਹਾ ਜਾ ਰਿਹਾ ਹੈ ਕਿ 21 ਨਵੰਬਰ ਨੂੰ ਗੱਲਬਾਤ ਦਾ ਸੱਦਾ ਆ ਸਕਦਾ ਹੈ। ਹਾਂ, ਮੈਂ ਸਮਝਦਾ ਇਹ ਗੱਲ ਨੂੰ, ਇਸ ਗੱਲ ਦੀ ਸਿੱਧੂ ਸਾਹਿਬ, ਕਿਉਂਕਿ ਕਿਸਾਨਾਂ ਨੇ ਪਹਿਲਾਂ ਹੀ ਕਲੀਅਰ ਕਰ ਦਿੱਤਾ ਆ ਕਿ ਜੋ ਵੀ ਗੱਲਬਾਤ ਹੈਗੀ, ਜਿੰਨੇ ਦੇਰ ਮਾਲ ਗੱਡੀਆਂ ਨਹੀਂ ਚਲਾਉਂਦੇ ਉਨੀ ਦੇਰ ਅਸੀਂ ਕਿਤੇ ਨਹੀਂ ਜਾਣਾ ਹੈਗਾ। ਜੇ ਉਹ ਚੀਜ਼ ਮੈਚੁਰ ਹੁੰਦੀ ਆ, ਐਸੋਸੀਏਸ਼ਨ ਪੁੱਛਣਗੇ, ਅਸੀਂ ਦੱਸਾਂਗੇ। ਅੰਦੋਲਨ ਤੇ ਬਹੁਤ ਵਧੀਆ ਚਲਾ ਰਹੇ ਸਾਰੇ ਕੰਮਕਾਜ ਨੂੰ। ਥੈਂਕ ਯੂ ਵੈਰੀ ਮਚ। ਲਾਸਟ ਕਮੈਂਟ ਪ੍ਰੋਫੈਸਰ ਮਨਜੀਤ ਸਿੰਘ, ਕੇਂਦਰ ਦੇ ਦੁਆਰਾ ਗੱਲਬਾਤ ਦੇ ਸੱਦੇ ਬਾਰੇ ਤੁਸੀਂ ਕੀ ਕਹਿੰਦੇ? ਜੇ ਅਗਰ ਗੱਲਬਾਤ ਦਾ ਸੱਦਾ ਆਉਂਦਾ, ਕਿਉਂਕਿ ਅੱਜ ਬਕਾਇਦਾ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਸਾਨ ਜਥੇਬੰਦੀਆਂ ਦੇ ਬੁਲਾਰੇ ਨੇ ਵੀ ਇਹ ਗੱਲ ਕਹੀ ਹੈ ਕਿ ਜੇ ਗੱਲਬਾਤ ਦਾ ਸੱਦਾ ਆਏਗਾ ਤਾਂ ਉਸ ਮੁਤਾਬਕ ਅਸੀਂ ਦੇਖਾਂਗੇ ਜਾਣਾ ਹੈ ਕਿ ਨਹੀਂ ਜਾਣਾ, ਪਰ ਗੱਲਬਾਤ ਦੇ ਮਾਮਲੇ ਨੂੰ ਵਿਚਾਰਾਂਗੇ ਜ਼ਰੂਰ। ਨਹੀਂ, ਬਿਲਕੁਲ ਗੱਲ ਠੀਕ ਹੈ। ਦੇਖੋ, ਜੇ ਨਹੀਂ ਜਾਂਦੇ ਤੇ ਲੋਕ ਕਹਿਣਗੇ ਕਿ ਆਕੜੇ ਬੈਠੇ ਆ। ਹੁਣ ਅਸੀਂ ਕਹਿੰਦੇ ਆ ਕਿ ਦਿੱਲੀ ਵਾਲੇ ਆਕੜੇ ਬੈਠੇ ਆ, ਤੇ ਇਸ ਕਰਕੇ ਇਹ ਤੇ ਨਹੀਂ ਮੈਸੇਜ ਜਾਣਾ ਚਾਹੀਦਾ। ਪਿਛਲੀ ਵਾਰੀ ਵੀ ਉਹਨਾਂ ਨੇ ਪ੍ਰੈਸ ਕਾਨਫਰੰਸ 'ਚ ਜਿਹੜਾ ਬਾਹਰ ਆ ਕੇ ਹਾਵ ਭਾਵ ਦਿੱਤੇ, ਉਹਨਾਂ ਨੇ ਕਿਹਾ ਕਿ ਬਹੁਤ ਵਧੀਆ ਮੀਟਿੰਗ ਹੋਈ। ਇਹ ਨਹੀਂ ਕਿਹਾ ਕਿ ਉੱਥੇ ਕੁਝ ਨਹੀਂ ਹੋਇਆ, ਹਾਲਾਂਕਿ ਅੰਦਰ ਕੁਝ ਖਾਸ ਹੋਇਆ ਨਹੀਂ। ਸਿਰਫ ਉਹਨਾਂ ਨੂੰ ਸਮਝਾਇਆ ਗਿਆ, ਜਿਹੜੇ ਮਿਨਿਸਟਰ ਇੱਥੇ ਵੱਡੇ ਵੱਡੇ ਸਕਰੀਨ ਲਾ ਕੇ ਪੰਜਾਬ ਦੇ ਕਿਸਾਨਾਂ ਨੂੰ ਸਮਝਾਉਂਦੇ ਸੀ, ਕਿਸਾਨ ਲੀਡਰ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਾ ਕੇ ਆਏ ਆ ਕਿ ਅਸੀਂ ਕਿੰਨੀ ਕਿਸਾਨੂੰ ਹੈਗੀ ਆ, ਤੁਸੀਂ ਸਾਡਾ ਬੇਵਕੂਫ ਨਹੀਂ ਬਣਾ ਸਕਦੇ। ਇਹ ਗੱਲ ਉਹਨਾਂ ਨੇ ਮੰਨੀ ਵੀ ਹੈ। ਹੁਣ ਬਾਰ-ਬਾਰ ਬੁਲਾਈ ਜਾਣ ਦਾ ਕੋਈ ਅਰਥ ਨਹੀਂ ਹੈਗਾ। ਜੇ ਉਹ ਬੁਲਾਉਂਦੇ ਆ ਕਿਸੇ ਸੋਲਿਡ ਗੱਲ ਲਈ, ਕੋਈ ਨਵੀਂ ਗੱਲ ਲਈ, ਕੋਈ ਨਵਾਂ ਪ੍ਰਪੋਜ਼ਲ ਦੇ ਕੇ ਬੁਲਾਉਂਦੇ ਆ, ਤੇ ਜਿਨ੍ਹਾਂ ਨੂੰ ਜਾਣਾ ਚਾਹੀਦਾ ਉਹਨਾਂ ਦੀ ਇਨ ਪ੍ਰਿੰਸੀਪਲ ਉਹ ਮੀਟਿੰਗਾਂ 'ਚ ਜਾਣ ਦੇ ਵਿਰੁੱਧ ਨਹੀਂ, ਜਿਹੜੀ ਬਿਲਕੁਲ ਗੱਲ ਠੀਕ ਹੈਗੀ ਹੈ। ਜੀ ਮਿਹਰਬਾਨੀ, ਥੈਂਕ ਯੂ ਵੈਰੀ ਮਚ। ਇਹਨਾਂ ਮੁੱਦਿਆਂ ਤੇ ਆਉਣ ਲਈ ਮੈਂ ਤਿੰਨਾਂ ਹੀ ਮਹਿਮਾਨਾਂ ਦਾ, ਪ੍ਰੋਫੈਸਰ ਮਨਜੀਤ ਸਿੰਘ, ਜਗਤਾਰ ਸਿੰਘੜਾ ਜੀ, ਡਾਕਟਰ ਗੁਰਪ੍ਰੀਤ ਸੰਧੂ, ਧੰਨਵਾਦੀ ਹਾਂ। ਸਾਡੇ ਮਹਿਮਾਨਾਂ ਦੀ ਕਿਸਾਨੀ ਮੁੱਦਿਆਂ ਤੇ ਰਾਜਸੀ ਧਿਰਾਂ ਦੇ ਤੌਰ ਤੇ ਰਾਏ ਵੱਖਰੋ ਵੱਖਰੀ ਟਕਰਾਅ ਹੋ ਸਕਦਾ ਹੈ, ਪਰ ਇੱਕ ਗੱਲ ਬੜੀ ਸਪਸ਼ਟ ਹੈ ਕਿ ਪੂਰਾ ਪੰਜਾਬ ਜਿਹੜਾ ਕਿਸਾਨੀ ਦੀ ਪਿੱਠ ਤੇ ਡਟ ਕੇ ਨਾਲ ਖੜਾ ਹੈ। 26 ਤੇ 27 ਨਵੰਬਰ ਦਾ ਕਿਸਾਨਾਂ ਨੇ ਜਿਹੜਾ ਦਿੱਲੀ ਦਾ ਸੱਦਾ ਦਿੱਤਾ ਗਿਆ ਹੈ, ਇਸ ਵੇਲੇ ਜੋ ਪੰਜਾਬ ਸਥਿਤੀ ਬਣੀ ਹੋਈ ਹੈ, ਪਾਰਟੀ ਵਖਰੇਵਿਆਂ ਤੋਂ ਉੱਪਰ ਉੱਠ ਕੇ ਪੂਰਾ ਪੰਜਾਬ ਕਿਸਾਨੀ ਦੇ ਨਾਲ, ਡਾਕਟਰ ਸੰਧੂ ਨੇ ਵੀ ਜਿੱਦਾਂ ਕਿਹਾ, ਸਿੰਘੜਾ ਜੀ ਨੇ ਵੀ ਕਿਹਾ, ਪ੍ਰੋਫੈਸਰ ਮਨਜੀਤ ਸਿੰਘ ਨੇ ਵੀ ਸਵਾਲ ਕੀਤਾ ਹੈ, ਪੰਜਾਬ ਦਾ ਬੱਚਾ ਕਿਸਾਨੀ ਅੰਦੋਲਨ ਦੀ ਹਮਾਇਤ ਵਿੱਚ ਦਿੱਲੀ ਜਾਣ ਦੇ ਲਈ ਟਰੈਕਟਰ ਤਿਆਰੀਆਂ ਤਿਆਰ ਕਰਕੇ ਬੈਠਾ। ਦੇਖਣਾ ਇਹ ਹੈ ਕਿ ਕੇਂਦਰ 'ਚ ਕਿੰਨਾ ਕੁ ਦਮ ਹੈ, ਪੰਜਾਬ ਦੀ ਬਾਂਹ ਜਿਹੜੀ ਹੈਗੀ ਆਪਣੀ ਤਾਕਤ ਨਾਲ ਮਰੋੜ ਸਕਦਾ ਹੈ। ਪੰਜਾਬ ਦੇਵੇਗਾ ਜਵਾਬ। ਇਹਨਾਂ ਮੁੱਦਿਆਂ ਤੇ ਸਵਾਲਾਂ 'ਚ ਆਉਣ ਲਈ ਇੱਕ ਵਾਰ ਮੁੜ ਕੇ ਤੁਹਾਡੇ ਸਾਰਿਆਂ ਵੱਲੋਂ ਆਪਣੇ ਮਹਿਮਾਨਾਂ ਦਾ ਧੰਨਵਾਦੀ ਹਾਂ। ਇਸ ਦੇ ਨਾਲ ਹੀ ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।